कि पूरे पंजाब दे विच लोग आम आदमी पार्टी ਵੱਲ एक आस नाल देख रहे हैं, पर ਇਹ एक टारगेट हो रहा इस गल ਦੇ ਉੱਤੇ कि ਤੁਹਾਡਾ लीडर कौन ਹੋਵੇਗਾ। हालांकि कांग्रेस ਨੂੰ भी लोग ਪੁੱਛ ਰਹੇ ਨੇ कि ਤੁਹਾਡਾ लीडर कौन ਹੋਵੇਗਾ, ਦੱਸ ਉਹ ਵੀ ਨਹੀਂ ਰਹੇ। ਉਹਨਾਂ ਨੇ ਵੀ ਜਦੋਂ ਕੈਪਟਨ ਨੂੰ ਲਾਇਆ ਸੀ ਤੇ ਉਹਨਾਂ ਨੇ ਵੀ 4-5 ਸੀਐਮ 2 ਦਿਨਾਂ 'ਚ ਗਿਣਾਤੇ ਸੀ। ਚਾਹੇ ਤੁਸੀਂ 1000 ਰੁਪਈਆ ਦੇਣਾ ਆ, ਚਾਹੇ ਤੁਸੀਂ ਕੋਈ ਫ੍ਰੀ ਵਰਦੀਆਂ ਦੇਣੀਆਂ ਆ, ਚਾਹੇ ਤੁਸੀਂ ਕੋਈ ਸਕੀਮ ਬਣਾ ਕੇ ਬੱਚਿਆਂ ਨੂੰ ਫ੍ਰੀ ਸਾਈਕਲ ਦੇਣੇ ਆ, ਚਾਹੇ ਤੁਸੀਂ मोबाइल फोन वंडने आ, तो वो सारा कुछ जिहड़ा है आना कित्थे। जे लीडरां नूं पेंशन मिलदी आ ते जे आम लोकां नूं भी मिल जूगी तो उहदे च की माड़ी गल आ। उन्होंने कहा कि लुੱਟ जिहड़ी आ वो वड्डे लोग कर रहे ने, असीं वो सारियां चोर मोरियां जिहड़ियां वो बंद करांगे। ये लानत वाली गल होवेगी कि जे वोटां तो बिना तुसीं इन्हां नूं कदे मिल भी सको, इन्हां नाल कदे हत्थ भी मिला सको। मुख मंत्री साहब हालांकि दावा करते हैं कि मैं अस्तीफा दे देंगा, मेरा गला कट दिओ जे सस्ती ना मिले, पर वो जिहड़े दावे ने वो किते होर ने ਤੇ ਵਾਅਦੇ ਜਿਹੜੇ ਨੇ ਅਸਲੀਅਤ ਦੇ ਵਿੱਚ ਜਿਹੜੀਆਂ ਗਰਾਊਂਡ ਰਿਐਲਿਟੀਜ਼ ਉਹ ਵੱਖਰੀਆਂ। ਕੈਪਟਨ ਸਾਹਿਬ ਦੀ ਜਦੋਂ ਰਾਜਨੀਤੀ ਦੇ ਵਿੱਚ ਲੜਨਗੇ ਤੇ ਬੀਜੇਪੀ ਉਹਨਾਂ ਨੂੰ ਵਰਤੇਗੀ, ਪਰ ਜੇਕਰ ਬੀਜੇਪੀ ਦੇ ਨਾਲ ਕੈਪਟਨ ਸਾਹਿਬ ਦੇ ਹੱਥ ਜੁੜੇ ਰਹਿੰਦੇ ਆ ਤੇ ਉਹ ਇਸ ਚੋਣਾਂ ਦੇ ਵਿੱਚ ਵੋਟਾਂ ਕਿੰਨੀਆਂ ਲਿਆਉਣ ਇਹ ਵੱਖਰੀ ਗੱਲ ਆ, ਪਰ ਇੱਕ ਵਾਰ ਸਾਰਿਆਂ ਨੂੰ ਪਸੀਨਾ ਜਿਹੜਾ ਆ ਉਹ ਜ਼ਰੂਰ ਲਿਆ ਦੇਣਗੇ। ਇਹ ਗੱਲ ਫਿਰ ਸਰਕਾਰ ਵਾਲੇ ਪਾਸੇ ਨੂੰ ਜਾਂਦੀ ਆ ਕਿ ਕਿਉਂ ਹਰ ਚੀਜ਼ ਨੂੰ ਇਹ ਧਰਮ ਨਾਲ ਜੋੜਦੇ ਨੇ। ਇਹ ਭਾਰਤ ਸਰਕਾਰ ਜਿਹੜੀ ਕਿਸਾਨ ਨਿਧੀ ਯੋਜਨਾ ਦੇ ਵਿੱਚ ਪੈਸੇ ਪਾਉਂਦੀ ਆ, 1 ਮਹੀਨੇ ਉਹ ਪੈਸੇ ਕੁਝ ਹੋਰ ਨੰਬਰ ਆਫ ਕਿਸਾਨਾਂ ਦੇ ਖਾਤੇ 'ਚ ਪਾਏ ਜਾਂਦੇ ਨੇ ਤੇ 3 ਮਹੀਨੇ ਬਾਅਦ ਜਦੋਂ ਦੂਜੀ ਵਾਰ ਪਾਉਂਦੇ ਨੇ ਉਦੋਂ ਉਹ ਜਿਹੜੇ ਆંકੜੇ ਨੇ ਉਹਦੇ 'ਚ ਗੜਬੜ ਹੋ ਜਾਂਦੀ ਆ। ਉਹਦੀ ਮੂਲ ਵਜ੍ਹਾ ਜਿਹੜੀ ਆ ਉਹ ਡੇਟਾ ਦੇ ਉੱਤੇ ਸਹੀ ਕੰਮ ਦਾ ਨਾ ਹੋਣਾ ਹੀ ਹੈ। ਸਤਿ ਸ਼੍ਰੀ ਅਕਾਲ। ਪੰਜਾਬੀ ਨੈਸ਼ਨਲ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਵੱਖ-ਵੱਖ ਮੁੱਦਿਆਂ ਤੇ ਚਰਚਾ ਕਰਨ ਲਈ ਲੈ ਕੇ ਹਾਜ਼ਰ ਹਾਂ ਜੀ ਪ੍ਰੋਗਰਾਮ ਵਿਚਾਰ ਚਰਚਾ। ਆਪ ਸੁਪਰੀਮੋ ਅਰਵਿੰਦ ਕੇਜਰੀਵਾਲ 2 ਦਿਨਾਂ ਪੰਜਾਬ ਦੌਰੇ ਤੇ ਨੇ ਤੇ ਇਸ ਦੌਰੇ ਦੇ ਦਰਮਿਆਨ ਉਹ ਕਾਫੀ ਸਾਰੇ ਐਲਾਨ ਕਰ ਰਹੇ ਨੇ, ਕਾਫੀ ਵਾਅਦੇ ਕਰ ਰਹੇ ਨੇ। ਨਾਲ ਦੀ ਨਾਲ ਪੰਜਾਬ ਕਾਂਗਰਸ ਵਿੱਚੋਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੇ ਸੂਬਾ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਹੁਣ ਘਿਓ ਖਿਚੜੀ ਨਜ਼ਰ ਆਏ ਨੇ। ਕੱਲ੍ਹ ਲੁਧਿਆਣਾ ਰੈਲੀ ਦੇ ਵਿੱਚ ਉਹਨਾਂ ਨੇ ਵੀ ਕਾਫੀ ਵੱਡੇ ਦਾਅਵੇ ਕੀਤੇ ਨੇ ਤੇ ਵਾਅਦੇ ਵੀ ਕੀਤੇ ਨੇ। ਉਧਰ ਕੈਪਟਨ ਅਮਰਿੰਦਰ ਸਿੰਘ ਉਹਨਾਂ ਨੇ ਵੀ ਵੱਡੇ ਦਾਅਵੇ ਕੀਤੇ ਨੇ ਕਿ ਬਹੁਤ ਸਾਰੇ ਕਾਂਗਰਸੀ ਲੀਡਰ ਉਹਨਾਂ ਦੇ ਸੰਪਰਕ ਵਿੱਚ ਨੇ। ਇਹਨਾਂ ਤੇ ਕੁਝ ਹੋਰ ਮੁੱਦਿਆਂ ਤੇ ਚਰਚਾ ਕਰਾਂਗੇ ਤੇ ਚਰਚਾ ਕਰਨ ਲਈ ਮੇਰੇ ਨਾਲ ਨੇ ਜੀ ਸਾਡੇ ਮਾਹਿਰ ਮਹਿਮਾਨ ਅੰਮ੍ਰਿਤਪਾਲ ਸ਼ਰਮਾ ਜੀ। ਸਤਿ ਸ਼੍ਰੀ ਅਕਾਲ ਸਰ, ਸਵਾਗਤ ਹੈ। ਸਤਿ ਸ਼੍ਰੀ ਅਕਾਲ ਹਰਪ੍ਰੀਤ ਜੀ, ਸ਼ੁਕਰੀਆ ਜੀ। ਜੀ ਸ਼ਰਮਾ ਜੀ, ਸਭ ਤੋਂ ਪਹਿਲਾਂ ਗੱਲ ਕਰ ਲਈਏ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਦੀ, ਜਿਹੜੇ 2 ਦਿਨਾਂ ਪੰਜਾਬ ਦੌਰੇ ਤੇ ਨੇ ਤੇ ਕੱਲ ਉਹ ਮੋਗਾ ਲੁਧਿਆਣਾ ਵਿਖੇ ਤੇ ਅੱਜ ਉਹ ਅੰਮ੍ਰਿਤਸਰ ਗਏ। ਇਸ ਦਰਮਿਆਨ ਉਹਨਾਂ ਨੇ ਕਾਫੀ ਵੱਡੇ ਵਾਅਦੇ ਕੀਤੇ ਨੇ, ਔਰਤਾਂ ਨੂੰ ਖੁਸ਼ ਕੀਤਾ ਏ ਤੇ ਨਾਲ ਦੀ ਨਾਲ ਅਧਿਆਪਕਾਂ ਨੂੰ ਵੀ ਖੁਸ਼ ਕਰਨ ਦੀ ਕੋਸ਼ਿਸ਼ ਕਰ ਰਹੇ ਨੇ। ਕੀ ਕਹਿਣਾ ਚਾਹੋਗੇ? ਆਮ ਆਦਮੀ ਪਾਰਟੀ ਦੀ ਜਦੋਂ ਅਸੀਂ ਗੱਲ ਕਰਦੇ ਹਾਂ ਤੇ ਸਾਨੂੰ ਫਿਰ ਉਹ ਦਿੱਲੀ ਦੇ ਵਿੱਚ ਮੈਦਾਨ ਵਿੱਚ ਲੱਗਿਆ ਹੋਇਆ ਇੱਕ ਸੰਘਰਸ਼ ਵਾਲੇ ਤੰਬੂ ਜਿਹੜੇ ਨੇ ਉਹ ਯਾਦ ਆਉਂਦੇ ਨੇ ਜੀ। ਲੋਕਪਾਲ ਕਾਨੂੰਨ ਨੂੰ ਲੈ ਕੇ ਜਦੋਂ ਉੱਥੇ ਬਹੁਤ ਵੱਡਾ ਲੰਬਾ ਚੌੜਾ ਸੰਘਰਸ਼ ਚੱਲਿਆ, ਕਾਫੀ ਇੱਕ ਅੰਦੋਲਨ ਜਿਹੜਾ ਸਾਰੇ ਹਿੰਦੁਸਤਾਨ ਦੇ ਵਿੱਚ ਦੇਖਣ ਨੂੰ ਮਿਲਿਆ। ਉਹਦੇ ਵਿੱਚ ਬਹੁਤ ਸਾਰੇ ਚਿਹਰੇ ਸੀ ਤੇ ਉਹਨਾਂ ਦੇ ਵਿੱਚੋਂ ਹੀ ਇੱਕ ਪਾਰਟੀ ਦਾ ਫਿਰ ਗਠਨ ਹੋਇਆ ਜਿਹਨੂੰ ਅਸੀਂ ਬਾਅਦ ਵਿੱਚ ਆਮ ਆਦਮੀ ਪਾਰਟੀ ਕਿਹਾ ਜੀ। ਕਾਫੀ ਸਾਲ ਹੋ ਗਏ, ਹੁਣ ਤਾਂ 10 ਸਾਲ ਦੇ ਕਰੀਬ ਸਮਾਂ ਹੋਣ ਵਾਲਾ ਹੋ ਗਿਆ। ਦਿੱਲੀ ਵਿੱਚ ਦੂਸਰੀ ਵਾਰ ਸਰਕਾਰ ਉਹਨਾਂ ਨੇ ਬਣਾ ਲਈ ਆ ਤੇ ਲੋਕ ਸਭਾ ਚੋਣਾਂ ਵੀ 2 ਵਾਰੀ ਲੜ ਲਈਆਂ, 14 ਦੇ ਵਿੱਚ ਵੀ ਤੇ 19 ਦੇ ਵਿੱਚ ਵੀ ਜੀ। ਇੱਕ ਖਾਸ ਕਿਸਮ ਦਾ ਖਲਾ ਜਿਹੜਾ ਆ ਰਾਜਨੀਤੀ ਦੇ ਵਿੱਚ ਉਹ ਹਮੇਸ਼ਾ ਨਜ਼ਰ ਆਉਂਦਾ ਰਹਿੰਦਾ ਜੀ। ਹਾਲਾਂਕਿ ਅਸੀਂ ਕਹਿ ਸਕਦੇ ਹਾਂ ਕਿ ਲੀਡਰਾਂ ਦੀ ਭਰਮਾਰ ਆ, ਬਹੁਤ ਸਾਰੀਆਂ ਪਾਰਟੀਆਂ ਰਜਿਸਟਰਡ ਨੇ, ਖੇਤਰੀ ਵੀ ਤੇ ਰਾਸ਼ਟਰ ਪੱਧਰ ਦੀਆਂ ਵੀ ਜੀ। ਕਈ ਪਾਰਟੀਆਂ ਰਾਸ਼ਟਰ ਪੱਧਰ ਤੇ ਆਪਣਾ ਉਹ ਜਿਹੜਾ ਰਾਸ਼ਟਰੀ ਪਾਰਟੀ ਹੋਣ ਦਾ ਵਕਾਰ ਆ ਉਹ ਗਵਾ ਲੈਂਦੀਆਂ ਸੰਵਿਧਾਨ ਦੇ ਹਿਸਾਬ ਦੇ ਨਾਲ ਜਾਂ ਚੋਣ ਕਮਿਸ਼ਨ ਦੇ ਹਿਸਾਬ ਨਾਲ ਕਿ ਰਾਸ਼ਟਰੀ ਪਾਰਟੀ ਉਹਨੂੰ ਕਿਹਾ ਜਾਂਦਾ ਜਿਹੜੀ ਕੁਝ ਤੋਂ ਵੱਧ ਰਾਜਾਂ ਦੇ ਵਿੱਚ ਆਪਣੇ ਮੈਂਬਰ ਰੱਖਦੀ ਹੋਵੇ ਤੇ ਕੁਝ ਪਰਸੈਂਟੇਜ ਆਫ ਵੋਟ ਉਹਨੂੰ ਮਿਲਦਾ ਹੋਵੇ ਜੀ। ਪਰ ਫਿਰ ਵੀ ਜਿਹੜੀ ਅਸੀਂ ਗੱਲ ਕਰਦੇ ਸੀ ਕਿ ਇੱਕ ਖਲਾ ਜਿਹੜਾ ਆ ਰਾਜਨੀਤੀ ਦੇ ਵਿੱਚ ਉਹ ਰਹਿੰਦਾ ਆ। ਉਹ ਖਲਾ ਇਸ ਕਰਕੇ ਰਹਿੰਦਾ ਕਿ ਜਿਹੜੀਆਂ ਸਥਾਪਿਤ ਧਿਰਾਂ ਨੇ, ਚਾਹੇ ਉਹ ਸੱਤਾਧਾਰੀ ਨੇ ਤੇ ਚਾਹੇ ਵਿਰੋਧੀ ਧਿਰ 'ਚ ਨੇ ਜੀ, 47 ਤੋਂ ਲੈ ਕੇ 50 ਤੱਕ ਦੇ ਸਮੇਂ ਤੋਂ ਬਾਅਦ, ਜੇ 50 ਤੋਂ ਬਾਅਦ ਦੀ ਗੱਲ ਕਰੀਏ ਸੰਵਿਧਾਨ ਲਾਗੂ ਹੋਣ ਤੋਂ ਬਾਅਦ ਜਦੋਂ ਪਹਿਲੀਆਂ ਚੋਣਾਂ ਹੋਈਆਂ, ਉਦੋਂ ਤੋਂ ਲੈ ਕੇ ਹੁਣ ਤੱਕ ਆਮ ਲੋਕਾਂ ਦੀ ਜ਼ਿੰਦਗੀ ਵਿੱਚ ਬਹੁਤ ਬਦਲਾਵ ਆਇਆ, ਬਹੁਤ ਕੁਝ ਸੁਧਾਰ ਵੀ ਹੋਏ। ਪਰ ਇੱਕ ਪਰਫੈਕਸ਼ਨ ਦੇ ਪਾਸੇ ਵੱਲ ਜਿਹੜੀ ਗੱਲ ਆ ਉਹ ਹਮੇਸ਼ਾ ਤੁਰਦੀ ਰਹਿੰਦੀ ਆ ਤੇ ਉਹ ਸਾਡੇ ਇੱਥੇ ਹੀ ਨਹੀਂ,
ਉਹ ਵਿਕਸਿਤ ਮੁਲਕਾਂ ਦੇ ਵਿੱਚ ਵੀ ਤੁਰਦੀ ਰਹਿੰਦੀ ਆ ਤੇ ਜਿਹੜੇ ਅਣਵਿਕਸਿਤ ਆ ਹਾਲੇ ਉੱਥੇ ਵੀ ਤੁਰਦੀ ਰਹਿੰਦੀ ਆ। ਰਾਜਾਸ਼ਾਹੀ ਨੂੰ ਛੱਡ ਦਈਏ ਤੇ ਬਾਕੀ ਸਾਰਿਆਂ ਹੀ ਮੁਲਕਾਂ ਦੇ ਵਿੱਚ ਰਾਜਨੀਤੀ ਦੇ ਵਿੱਚ ਨਵੀਆਂ ਪਾਰਟੀਆਂ ਦੀ ਜਿਹੜੀ ਜਗ੍ਹਾ ਆ ਉਹ ਰਹਿੰਦੀ ਆ ਜੀ। ਚਾਹੇ ਉਹ ਇੱਥੇ ਪਹਿਲਾਂ ਸਥਾਪਿਤ ਧਿਰ ਕਾਂਗਰਸ ਸੀ, ਬਾਅਦ ਵਿੱਚ ਫਿਰ ਜਨਤਾ ਪਾਰਟੀ, ਜਨਤਾ ਦਲ, ਕਮਿਊਨਿਸਟ, ਫਿਰ ਕਰਦਿਆਂ ਕਰਾਉਂਦਿਆਂ 80 ਤੋਂ ਬਾਅਦ ਆ ਕੇ ਬੀਜੇਪੀ ਨੇ ਉਹ ਜਿਹੜੀ ਜਗ੍ਹਾ ਸੀ ਉਹਨੂੰ ਕਵਰ ਅਪ ਕੀਤਾ। ਉਸ ਤੋਂ ਪਹਿਲਾਂ ਵੀ ਹਾਲੇ ਸੰਘ ਦੇ ਨਾਮ ਤੇ ਚੋਣਾਂ ਲੜਦੇ ਰਹੇ ਜਾਂ ਰਲ ਮਿਲ ਕੇ ਵੀ ਚੋਣਾਂ ਲੜਦੇ ਰਹੇ ਕਈਆਂ ਧਿਰਾਂ ਦੇ ਨਾਲ, ਪਰ 84 ਤੋਂ 80 ਤੋਂ ਬਾਅਦ ਉਹਨਾਂ ਨੇ ਆਏ ਤੇ ਫਿਰ ਅਟਲ ਬਿਹਾਰੀ ਵਾਜਪੇਈ ਦਾ ਟਾਈਮ ਆਇਆ। ਉਹ ਸਾਰਿਆਂ ਨੇ ਦੇਖਿਆ ਕਿ ਇੱਕ ਵਾਰ ਪਹਿਲੀ ਵਾਰੀ ਭਾਰਤ ਦੇ ਵਿੱਚ ਪੂਰਨ ਬਹੁਮਤ ਵਾਲੀ ਗੈਰ ਕਾਂਗਰਸੀ ਸਰਕਾਰ ਜਿਹੜੀ ਬਣੀ, ਹਾਲਾਂਕਿ ਪਹਿਲਾਂ ਵੀ ਬਣੀਆਂ ਸੀ ਪਰ ਉਹ ਬਹੁਮਤ ਨਹੀਂ ਸੀਗਾ। ਹਾਲਾਂਕਿ ਇਹਨਾਂ ਦੇ ਕੋਲ ਵੀ ਉਹਨਾਂ ਬਹੁਮਤ ਨਹੀਂ ਸੀ, ਇਹਨਾਂ ਦੇ ਕੋਲ ਵੀ ਬਹੁਤ ਸਾਰੀਆਂ ਧਿਰਾਂ ਨੂੰ ਇਕੱਠੀਆਂ ਕਰਨਾ ਪਿਆ। ਬਹੁਤ ਤਰ੍ਹਾਂ ਦੇ ਲੋਕ, ਸ਼ਿਵ ਸੈਨਾ ਸੀ, ਉਧਰ ਆਂਧਰਾ ਤੋਂ ਚੰਦਰਬਾਬੂ ਨਾਇਡੂ ਸੀ, ਪੰਜਾਬ ਤੋਂ ਸੀ, ਹੋਰ ਬਾਕੀ ਧਿਰਾਂ ਦੇ ਵਿੱਚੋਂ ਬਹੁਤ ਸਾਰੇ ਲੋਕ ਜਿਹੜੇ ਸੀ ਉਹ ਇਕੱਠੇ ਸੀ ਤੇ ਉਹਨੂੰ ਭਾਨੂਮਤੀ ਦਾ ਕੁਨਬਾ ਵੀ ਕਿਹਾ ਜਾਂਦਾ ਸੀਗਾ ਕਿ ਕਹੀਂ ਕੀ ਈਟ ਕਹੀਂ ਕਾ ਰੋੜਾ, ਉਹ ਤੁਕਾਂ ਵੀ ਸੁਣਾਈਆਂ ਜਾਂਦੀਆਂ ਸੀ। ਪਰ ਤੁਹਾਨੂੰ ਲੱਗਦਾ ਸ਼ਰਮਾ ਜੀ ਕਿ ਆਮ ਆਦਮੀ ਪਾਰਟੀ ਕਿਤੇ ਨਾ ਕਿਤੇ ਆਪਣਾ ਕੁਝ ਰੁਤਬਾ ਬਣਾਉਣ ਦੇ ਵਿੱਚ ਕਾਮਯਾਬ ਰਹੀ ਹੈ? ਮੈਂ ਉਸੇ ਗੱਲ ਦੀ ਬਿਲਕੁਲ ਗੱਲ ਕਰਦਾ ਸੀਗਾ ਕਿ ਪਰ 14 ਤੋਂ 14 ਦੇ ਵਿੱਚ ਬੀਜੇਪੀ ਨੇ ਪੂਰੀ ਪਾਵਰ ਲਈ ਤੇ ਨਾਲ ਦੀ ਨਾਲ ਆਮ ਆਦਮੀ ਪਾਰਟੀ ਨੇ ਵੀ 15 ਦੇ ਵਿੱਚ ਪਹਿਲੀ ਵਾਰ ਦਿੱਲੀ ਦੇ ਵਿੱਚ ਸਰਕਾਰ ਬਣਾ ਕੇ ਸਰਕਾਰ ਵੀ 70 ਚੋਂ 67 ਐਮਐਲਏਜ਼ ਨਾਲ ਬਣਾਈ ਜੀ। ਤੇ ਉਦੋਂ ਫਿਰ ਪੂਰੇ ਮੁਲਕ ਨੂੰ ਇੱਕ ਨਵੀਂ ਜਿਹੜੀ ਆਸ ਸੀ ਉਹ ਜਾਗੀ। ਇਹ ਆਸ ਹਾਲਾਂਕਿ 17 ਦੀਆਂ ਚੋਣਾਂ 'ਚ ਪੰਜਾਬ 'ਚ ਬਹੁਤੀ ਪੂਰੀ ਨਹੀਂ ਹੋਈ, ਪਰ ਉਹ ਦੂਜੇ ਨੰਬਰ ਤੇ ਪਾਰਟੀ ਜਿਹੜੀ ਆ ਜ਼ਰੂਰ ਰਹੀ ਸੀ। ਅੱਜ ਵੀ ਅਸੀਂ ਜਦੋਂ ਰਾਜਨੀਤੀ ਦਾ ਵਿਆਖਿਆਨ ਕਰਦੇ ਹਾਂ, ਰਾਜਨੀਤੀ ਦੀ ਐਨਾਲਿਸਿਸ ਕਰਦੇ ਹਾਂ, ਤੇ ਇਹ ਗੱਲ ਦੇਖਦੇ ਹਾਂ ਕਿ ਪੂਰੇ ਪੰਜਾਬ ਦੇ ਵਿੱਚ ਲੋਕ ਆਮ ਆਦਮੀ ਪਾਰਟੀ ਵੱਲ ਇੱਕ ਆਸ ਨਾਲ ਦੇਖ ਰਹੇ ਨੇ। ਪਰ ਜਿਵੇਂ ਦੀ ਉਹਨਾਂ ਦੀ ਜਿਹੜੀ ਲੀਡਰਸ਼ਿਪ ਦੇ ਕੰਮ ਨੇ ਜਾਂ ਜਿਵੇਂ ਦੀ ਉਹਨਾਂ ਦਾ ਪ੍ਰੋਸੈਸ ਆ ਚੱਲਣ ਦਾ, ਰਾਜਨੀਤੀ ਨੂੰ ਦੇਖਣ ਦਾ, ਸਮਝਣ ਦਾ ਤੇ ਰਾਜਨੀਤੀ ਦੇ ਵਿੱਚ ਉਤਰਨ ਦਾ, ਜਾਂ ਪੰਜਾਬ ਦੀਆਂ ਚੋਣਾਂ ਨੂੰ ਲੈ ਕੇ ਵਿਗਲ ਵਜਾਉਣ ਦਾ, ਵੱਡੇ ਦਾਅਵੇ ਕਰਨ ਦਾ ਜਾਂ ਵਾਅਦੇ ਕਰਨ ਦਾ, ਉਹ ਸਾਰੀਆਂ ਗੱਲਾਂ ਤੋਂ ਲੋਕ ਪ੍ਰਭਾਵਿਤ ਵੀ ਨੇ, ਲੋਕ ਉਹਨਾਂ ਤੋਂ ਆਸਵਾਨ ਵੀ ਨੇ ਜੀ। ਪਰ ਇਹ ਇੱਕ ਟਾਰਗੇਟ ਹੋ ਰਿਹਾ ਇਸ ਗੱਲ ਦੇ ਉੱਤੇ ਕਿ ਤੁਹਾਡਾ ਲੀਡਰ ਕੌਣ ਹੋਵੇਗਾ ਜੀ। ਹਾਲਾਂਕਿ ਕਾਂਗਰਸ ਨੂੰ ਵੀ ਲੋਕ ਇਹ ਪੁੱਛ ਰਹੇ ਨੇ ਕਿ ਤੁਹਾਡਾ ਲੀਡਰ ਕੌਣ ਹੋਵੇਗਾ ਤੇ ਦੱਸ ਉਹ ਵੀ ਨਹੀਂ ਰਹੇ। ਉਹਨਾਂ ਨੇ ਵੀ ਜਦੋਂ ਕੈਪਟਨ ਨੂੰ ਲਾਇਆ ਸੀ ਤੇ ਉਹਨਾਂ ਨੇ ਵੀ 4-5 ਸੀਐਮ 2 ਦਿਨਾਂ 'ਚ ਗਿਣਾਤੇ ਸੀ। ਹੋ ਸਕਦਾ ਅਗਲੀ ਵਾਰ ਜਦੋਂ ਸਰਕਾਰ ਜੇ ਕਾਂਗਰਸ ਬਣਾਉਣ ਦੇ ਹਾਲਾਤਾਂ 'ਚ ਆਵੇ ਤੇ ਉਦੋਂ ਵੀ 2-3 ਦਿਨ ਲੱਗ ਜਾਣ ਜਾਂ 4-5 ਬੰਦਿਆਂ ਦੇ ਢੋਲ ਵੱਜ ਕੇ ਹਾਰ ਪਏ ਰਹਿ ਜਾਣ ਤੇ ਪੈ ਕਿਸੇ ਹੋਰ ਦੇ ਗਲ 'ਚ ਜਾਣ, ਇਹ ਕੋਈ ਵੱਡੀ ਗੱਲ ਨਹੀਂ। ਬਿਲਕੁਲ। ਪਰ ਕਿਉਂਕਿ ਉਹ ਹਾਲੇ ਬਹੁਤ ਸਥਾਪਿਤ ਨਹੀਂ ਜਾਂ ਨਵੀਆਂ, ਤੇ ਉਹਨਾਂ ਨੂੰ ਦੋਨੋਂ ਵੱਖਰੀਆਂ ਦੂਜੀਆਂ ਜਿਹੜੀਆਂ ਧਿਰਾਂ ਨੇ, ਕਾਂਗਰਸ ਵੱਲੋਂ ਵੀ ਤੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਵੀ ਤੇ ਪੰਜਾਬ ਦੇ ਲੋਕਾਂ ਵੱਲੋਂ ਵੀ, ਇਹ ਸਵਾਲ ਜਿਹੜਾ ਆ ਉਹਨਾਂ ਦੇ ਉੱਤੇ ਜਿਹੜਾ ਆ ਉਹ ਹਮੇਸ਼ਾ ਉੱਠਦਾ ਕਿ ਉਹਨਾਂ ਦਾ ਜਿਹੜਾ ਆ ਲੀਡਰ ਆਫ ਫੇਸ ਜਿਹੜਾ ਆ ਉਹ ਕੌਣ ਹੋਵੇਗਾ। ਹਾਂਜੀ, ਤੁਹਾਨੂੰ ਲੱਗਦਾ ਕਿ 2019 ਦੀਆਂ ਜਿਹੜੀਆਂ ਚੋਣਾਂ ਸੀ, ਕਿਉਂਕਿ ਉਹਦੇ ਵਿੱਚ ਉਹਨਾਂ ਦਾ ਸੀਐਮ ਚਿਹਰਾ ਨਹੀਂ ਐਲਾਨਿਆ ਗਿਆ, ਜਿਹਦੇ ਕਰਕੇ ਇਹ ਮੰਨਿਆ ਜਾ ਰਿਹਾ ਸੀ ਕਿ ਸ਼ਾਇਦ ਇਸੇ ਕਰਕੇ ਆਮ ਆਦਮੀ ਪਾਰਟੀ ਪਿੱਛੇ ਰਹਿ ਗਈ ਹੈ। ਬਿਲਕੁਲ ਠੀਕ ਗੱਲ ਹੈ ਜੀ। 17 ਦੀਆਂ ਵਿਧਾਨ ਸਭਾ ਪੰਜਾਬ ਦੀਆਂ ਚੋਣਾਂ ਦੇ ਵਿੱਚ ਇਹ ਗੱਲ ਅੱਜ ਤੱਕ ਵੀ ਉਹਨਾਂ ਨੂੰ ਰੜਕਦੀ ਹੈ ਕਿ ਉਹਨਾਂ ਨੇ ਇੱਕ ਫੇਸ ਜਿਹੜਾ ਆ ਉਹ ਐਲਾਨ ਨਹੀਂ ਸੀ ਕੀਤਾ, ਇਸੇ ਕਰਕੇ ਉਹ ਪਿੱਛੇ ਰਹਿ ਗਏ ਜਾਂ ਇਸੇ ਕਰਕੇ ਉਹਨਾਂ ਨੇ ਲੋਕਾਂ ਨੇ ਉਹਨਾਂ ਦੇ ਉੱਤੇ ਬਹੁਤਾ ਭਰੋਸਾ ਪ੍ਰਗਟ ਨਹੀਂ ਕੀਤਾ। ਪਰ ਜਿੰਨੀ ਉਹਨਾਂ ਨੂੰ ਪਰਸੈਂਟੇਜ ਆਫ ਵੋਟ ਮਿਲੀ ਤੇ ਜਿੰਨੇ ਉਹਨਾਂ ਨੂੰ ਐਮਐਲਏਜ਼ ਜਿੱਤੇ, ਉਹ ਇੱਕ ਨਵੀਂ ਪਾਰਟੀ ਲਈ ਇੱਕ ਵੱਖਰੀ ਗੱਲ ਸੀ ਤੇ ਇੱਕ ਵੱਡੀ ਗੱਲ ਸੀ। ਅੱਜ ਜਿਹੜਾ ਸਭ ਤੋਂ ਵੱਡਾ ਐਲਾਨ ਮੈਂ ਦੇਖਦਾ ਆ ਉਹਨਾਂ ਦੇ ਕੇਜਰੀਵਾਲ ਸਾਹਿਬ ਦੇ ਦਿੱਲੀ ਤੋਂ ਪੰਜਾਬ ਆਉਣ ਲਈ 2 ਦਿਨ ਲਈ, ਹਾਲਾਂਕਿ ਉਹ 2-3 ਦਿਨ ਲੇਟ ਹੋਏ ਆ, 2-3 ਦਿਨ ਵਿੱਚ ਉਹਨਾਂ ਦੀ ਬ੍ਰੇਕੇਜ ਵੀ ਲੱਗੀ, ਕਦੇ ਕਹਿੰਦੇ ਸੀ ਅੱਜ ਆ ਜਾਣਾ ਆ, ਕਦੇ ਕਹਿੰਦੇ ਸੀ ਕੱਲ ਆ ਜਾਣਾ ਆ। ਮੋਗੇ ਆਉਣ ਦੀ ਗੱਲ ਸੀ ਤੇ ਇਦਾਂ ਵੀ ਲੋਕ ਦੇਖ ਰਹੇ ਸੀ ਕਿ ਜੇ ਮੋਗੇ ਤੋਂ ਸ਼ੁਰੂਆਤ ਕਰਨੀ ਆ ਤਾਂ ਸ਼ਾਇਦ ਇੱਕ ਸੋਨੂ ਸੂਦ ਵਾਲੀ ਘਟਨਾ ਜਿਹੜੀ ਆ ਉਹਦੇ ਨਾਲ ਜੁੜੇ, ਪਰ ਇਹੋ ਜਿਹਾ ਕੁਝ ਨਹੀਂ ਹੋਇਆ। ਪਰ ਉਹਨਾਂ ਨੇ ਅੱਜ ਜਿਹੜੀ ਇੱਕ ਪ੍ਰੈਸ ਕਾਨਫਰੰਸ ਦੇ ਵਿੱਚ ਇੱਕ ਸਵਾਲ ਦੇ ਜਵਾਬ ਵਿੱਚ ਸਾਫ਼-ਸਾਫ਼ ਕਿਹਾ ਕਿ ਪੰਜਾਬ ਦੇ ਵਿੱਚ ਆਮ ਆਦਮੀ ਦਾ ਪਾਰਟੀ ਦਾ ਚਿਹਰਾ ਮੈਂ ਨਹੀਂ ਹੋਵਾਂਗਾ ਜੀ। ਇੱਕ ਬਰਾਮ ਤੇ ਉਹਨਾਂ ਨੇ ਲਾ ਦਿੱਤਾ। ਪਿਛਲੇ ਸਮੇਂ 'ਚ ਜਦੋਂ ਵੀ ਉਹ ਆਏ, ਉਹਨਾਂ ਨੇ 2-3 ਚੀਜ਼ਾਂ ਦਿੱਤੀਆਂ ਜਿਹੜੀਆਂ ਕਿ ਪੰਜਾਬ ਦੇ ਵਿੱਚ ਲੋਕ ਉਹਨਾਂ ਨੂੰ ਚੀਜ਼ਾਂ ਨੂੰ ਦੇਖ ਰਹੇ ਸੀ ਤੇ ਉਹਨਾਂ ਦੇ ਉੱਤੇ ਗੱਲ ਵੀ ਹੋ ਰਹੀ ਸੀ। ਬਿਜਲੀ ਸਸਤੀ ਕਰਨ ਦੀ ਗੱਲ ਸੀ ਜਾਂ ਇੱਕ ਸੌਰਟ ਤੱਕ, ਇੱਕ ਲਿਮਟ ਤੱਕ ਬਿਜਲੀ ਫ੍ਰੀ ਕਰਨ ਦੀ ਗੱਲ ਸੀ। ਫਿਰ ਉਹਨਾਂ ਨੇ ਇਲਾਜ ਦੀ ਗੱਲ ਕੀਤੀ ਕਿ ਸਾਰਿਆਂ ਨੂੰ ਮੁਫਤ ਤੇ ਚੰਗਾ ਇਲਾਜ ਜਿਹੜਾ ਆ ਮਿਲੂਗਾ ਜਿੱਦਾਂ ਦਿੱਲੀ ਦੇ ਤਰਜ਼ ਤੇ ਮਿਲ ਰਿਹਾ। ਉਹਨਾਂ ਨੇ ਇਹ ਵੀ ਕਿਹਾ ਕਿ ਆਪਾਂ ਬਹੁਤ ਚੰਗੇ ਹਸਪੀਟਲ ਬਣਾਵਾਂਗੇ, ਜਿਹੜੇ ਬਣੇ ਹੋਏ ਨੇ ਉਹਨਾਂ ਨੂੰ ਵੀ, ਉਹਨਾਂ ਦੀ ਦਿਸ਼ਾ ਵੀ ਸੁਧਾਰਾਂਗੇ। ਕੱਲ ਜਿਹੜਾ ਸਭ ਤੋਂ ਵੱਡਾ ਉਹਨਾਂ ਨੇ ਐਲਾਨ ਕੀਤਾ, ਪਹਿਲਾਂ ਤਾਂ ਜਿਹੜੀ ਪ੍ਰੈਸ ਕਾਨਫਰੰਸ ਸੀਗੀਆਂ ਜਾਂ ਲੋਕਾਂ ਨੂੰ ਮਿਲਣੀਆਂ ਸੀਗੀਆਂ, ਉਸ ਤੋਂ ਬਾਅਦ ਜਦੋਂ ਲੁਧਿਆਣੇ ਦੇ ਵਿੱਚ ਉਹਨਾਂ ਨੇ ਇੱਕ ਸਮੂਹ ਨੂੰ ਸੰਬੋਧਨ ਕੀਤਾ ਤੇ ਉਹ ਸਮੂਹ ਜਿਹੜੇ ਸੀ ਉਹ ਸਿਰਫ ਔਰ ਸਿਰਫ ਵਿਮਨਸ ਦਾ ਸੀ। ਸਿਰਫ ਔਰ ਸਿਰਫ ਔਰਤਾਂ ਨੂੰ ਲੈ ਕੇ ਉਹਨਾਂ ਨੇ ਇੱਕ ਵਾਅਦਾ ਕੀਤਾ ਕਿ 18 ਸਾਲ ਤੋਂ ਉੱਪਰ ਦੀ ਹਰ ਔਰਤ ਨੂੰ ਆਮ ਆਦਮੀ ਪਾਰਟੀ ਦੀ ਜੇ ਸਰਕਾਰ ਆਉਂਦੀ ਹੈ ਤਾਂ 1000 ਰੁਪਈਆ ਜਿਹੜਾ ਆ ਉਹ ਮਹੀਨੇ ਦਾ ਭੱਤਾ ਦਿੱਤਾ ਜਾਊਗਾ। ਇਹ ਵੀ ਨਾਲ ਦੀ ਨਾਲ ਕਿਹਾ ਕਿ ਇਹ ਜਿਹੜਾ ਪੈਸੇ ਨੇ ਇਹ ਬੁਢਾਪਾ ਪੈਨਸ਼ਨ ਤੋਂ ਵੱਖਰੇ ਹੋਣਗੇ।
ਇਹਨੂੰ ਫਿਰ ਜਦੋਂ ਅਸੀਂ ਐਨਾਲਿਸਿਸ ਕਰਦੇ ਹਾਂ ਜਾਂ ਜਦੋਂ ਅਸੀਂ ਗੱਲ ਕਰਦੇ ਹਾਂ ਤੇ ਇਹ ਫ੍ਰੀ ਬੀਜ਼ ਵਰਗੀ ਹੀ ਗੱਲ ਲੱਗਦੀ ਹੈ ਕਿ ਆ ਵੀ ਸਸਤਾ ਦੇ ਦਿਓ, ਉਹ ਵੀ ਸਸਤਾ ਦੇ ਦਿਓ, ਇਦਾਂ ਵੀ ਕਰ ਲਓ, ਉਦਾਂ ਵੀ ਕਰ ਲਓ। ਤੇ ਇਹਦੀ ਜਦੋਂ ਤੁਸੀਂ ਰਾਜਨੀਤੀ ਦੇ ਤੌਰ ਤੋਂ ਦੇਖੀਏ ਜਾਂ ਖਬਰ ਦਾ ਮੁਲਾਂਕਣ ਕਰਨ ਦੀ ਗੱਲ ਕਰੀਏ ਅਸੀਂ ਤੇ ਇਹ ਬਹੁਤੀ ਕੋਈ ਚੰਗੀ ਗੱਲ ਲੱਗਦੀ ਨਹੀਂ। ਜੇ ਜਨਾਨੀਆਂ ਦੇ ਨਜ਼ਰੀਏ ਤੋਂ ਦੇਖੀਏ ਤਾਂ ਠੀਕ ਆ, ਕਿਸੇ ਨੂੰ ਵੀ ਪੈਸੇ ਜਿਹੜੇ ਮਿਲਦੇ ਆ ਉਹ ਚੰਗੇ ਲੱਗਦੇ ਆ ਤੇ ਚੰਗੇ ਲੱਗਣੇ ਵੀ ਚਾਹੀਦੇ ਨੇ। ਪਰ ਫਿਰ ਗੱਲ ਹਰਪ੍ਰੀਤ ਜੀ ਉੱਥੇ ਖੜੀ ਆ ਕਿ ਚਾਹੇ ਤੁਸੀਂ ਬਿਜਲੀ ਫ੍ਰੀ ਦੇਣੀ ਆ, ਚਾਹੇ ਤੁਸੀਂ ਇਲਾਜ ਮੁਫਤ ਕਰਨਾ ਆ, ਚਾਹੇ ਤੁਸੀਂ 1000 ਰੁਪਈਆ ਦੇਣਾ ਆ, ਚਾਹੇ ਤੁਸੀਂ ਕੋਈ ਫ੍ਰੀ ਵਰਦੀਆਂ ਦੇਣੀਆਂ ਆ, ਚਾਹੇ ਤੁਸੀਂ ਕੋਈ ਸਕੀਮ ਬਣਾ ਕੇ ਬੱਚਿਆਂ ਨੂੰ ਫ੍ਰੀ ਸਾਈਕਲ ਦੇਣੇ ਆ, ਚਾਹੇ ਤੁਸੀਂ ਮੋਬਾਈਲ ਫੋਨ ਵੰਡਣੇ ਆ, ਤੇ ਉਹ ਸਾਰਾ ਕੁਝ ਜਿਹੜਾ ਹੈ ਉਹ ਆਉਣਾ ਕਿੱਥੋਂ? ਸਰਕਾਰ ਕੋਲ ਕੋਈ ਖੂਹ ਤੇ ਹੈ ਨਹੀਂ। ਬਿਲਕੁਲ। ਅਲਟੀਮੇਟਲੀ ਤਾਂ ਉਹ ਟੈਕਸ ਵਾਲੇ ਪੈਸੇ ਹੀ ਨੇ ਨਾ ਜੀ। ਤੇ ਉਹਨਾਂ ਸਾਰੀਆਂ ਚੀਜ਼ਾਂ ਨੂੰ ਲੈ ਕੇ ਫਿਰ ਜਿਹੜੀਆਂ ਗੱਲਾਂ ਆ ਉਹ ਉੱਥੇ ਹੀ ਘੁੰਮੀ ਜਾਂਦੀਆਂ ਵੀ ਜਿਨ੍ਹਾਂ ਨੂੰ ਅਸੀਂ ਕਨਵੈਨਸ਼ਨਲ ਰਾਜਨੀਤੀ ਤੋਂ ਉੱਠ ਕੇ ਨਵੀਆਂ ਪਾਰਟੀਆਂ ਦੇ ਤੌਰ ਤੇ ਦੇਖਦੇ ਸੀ, ਉਹਨਾਂ ਨੇ ਵੀ ਜਿਹੜਾ ਸਿਸਟਮ ਆ ਉਹ ਉਹੀ ਬਣਾ ਲਿਆ। ਪਰ ਫਿਰ ਇਹ ਵੀ ਗੱਲ ਆ ਕਿ ਹਰ ਗੱਲ ਲਈ ਹਰ ਬੰਦੇ ਕੋਲ ਜਵਾਬ ਹੁੰਦੇ ਨੇ। ਉਹ ਕਹਿੰਦੇ ਨੇ ਕਿ ਜੇਕਰ ਫ੍ਰੀ ਬਿਜਲੀ ਦੀ ਗੱਲ ਕਰੀਏ ਤੇ ਲੀਡਰਾਂ ਕੋਲ ਵੀ ਤੇ ਫ੍ਰੀ ਮਿਲਦੀ ਆ, ਜੇ ਆਮ ਲੋਕਾਂ ਨੂੰ ਮਿਲ ਜੂਗੀ ਤਾਂ ਉਹਦੇ 'ਚ ਕੀ ਮਾੜੀ ਗੱਲ ਆ। ਜੇ ਲੀਡਰਾਂ ਨੂੰ ਪੈਨਸ਼ਨ ਮਿਲਦੀ ਆ ਤੇ ਜੇ ਆਮ ਲੋਕਾਂ ਨੂੰ ਵੀ ਮਿਲ ਜੂਗੀ ਤਾਂ ਉਹਦੇ 'ਚ ਕੀ ਮਾੜੀ ਗੱਲ ਆ। ਉਹਨਾਂ ਨੇ ਕਿਹਾ ਕਿ ਲੁੱਟ ਜਿਹੜੀ ਆ ਉਹ ਵੱਡੇ ਲੋਕ ਕਰ ਰਹੇ ਨੇ, ਅਸੀਂ ਉਹ ਸਾਰੀਆਂ ਚੋਰ ਮੋਰੀਆਂ ਜਿਹੜੀਆਂ ਉਹ ਬੰਦ ਕਰਾਂਗੇ। ਦਿੱਲੀ ਦੀ ਉਹਨਾਂ ਨੇ ਤਰਜ਼ ਤੇ ਗੱਲਾਂ ਬਹੁਤ ਸਾਰੀਆਂ ਕੀਤੀਆਂ ਕਿ ਮੈਨੂੰ ਉੱਥੇ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਕਰਨ ਦਾ ਮੌਕਾ ਮਿਲਿਆ ਤੇ ਮੈਂ ਹੁਣ ਬਹੁਤ ਸਾਰੀਆਂ ਚੀਜ਼ਾਂ ਸਿੱਖ ਲਈਆਂ ਨੇ। ਪਰ ਫਿਰ ਵੀ ਕੁੱਲ ਮਿਲਾ ਕੇ ਜਿਹੜੀ ਰਾਜਨੀਤੀ ਆ ਉਹਦੇ ਵਿੱਚ ਜਦੋਂ ਵੀ ਉਹ ਆਉਂਦੇ ਨੇ ਗਰਮਾਹਟ ਜ਼ਰੂਰ ਇੱਕ ਆ ਜਾਂਦੀ ਆ। ਬਿਜਲੀ ਦੀ ਉਹਨਾਂ ਨੇ ਗੱਲ ਕੀਤੀ ਸੀ ਤੇ ਇਹਨਾਂ ਨੇ ਬਿਜਲੀ 300 ਤੋਂ ਉਹਨੇ 200 ਕਿਹਾ ਸੀ, ਇਹਨਾਂ ਨੇ 300 ਕਹਿਤਾ, ਅਕਾਲੀ ਦਲ ਨੇ 400 ਕਹਿਤਾ। ਫਿਰ ਉਹ ਹਰਭਜਨ ਮਾਨ ਚੁਟਕਲਾ ਸੁਣਾਉਂਦੇ ਸੀ ਕਿ ਇਹਨਾਂ ਨੇ ਕਿਹੜਾ ਦੇਣੀ ਆ, ਇਹਨਾਂ ਨੇ ਤਾਂ ਉਤੋਂ ਵੱਡੀ ਲਕੀਰ ਖਿੱਚਣ ਦੀ ਗੱਲ ਹੀ ਕਰਨੀ ਆ। ਹੁਣ ਕੱਲ ਦੇ ਬਾਕੀ ਦੋਨੋਂ ਧਿਰਾਂ ਸੋਚਦੀਆਂ ਜ਼ਰੂਰ ਹੋਣਗੀਆਂ, ਸ਼੍ਰੋਮਣੀ ਅਕਾਲੀ ਦਲ ਵਾਲੇ ਵੀ ਤੇ ਕਾਂਗਰਸ ਵਾਲੇ ਵੀ ਤੇ ਹੋਰ ਵੀ ਜਿਨ੍ਹਾਂ ਨੇ ਪੰਜਾਬ 'ਚ ਚੋਣਾਂ ਲੜਨੀਆਂ, ਭਈ ਇਹ ਭਾਈ ਜਦੋਂ ਵੀ ਆਉਂਦਾ ਝੋਲੇ 'ਚ ਛੁਣਕਣੇ ਇਹੋ ਜਿਹੇ ਛਣਕਾ ਜਾਂਦਾ ਕਿ ਸਾਨੂੰ ਹੁਣ ਉਹਦੇ ਲਈ ਫਿਰ ਹੋਰ ਸੋਚਣਾ ਜਿਹੜਾ ਆ ਉਹ ਪੈ ਜਾਂਦਾ। ਕਿੱਥੋਂ ਆਉਣੇ ਨੇ, ਕਿਵੇਂ ਦੇਣੇ ਨੇ, ਇਹ ਸਾਰੀਆਂ ਗੱਲਾਂ ਬਾਅਦ ਦੀਆਂ ਨੇ। ਪਰ ਹਾਲ ਦੀ ਘੜੀ ਜਿਹੜੀ ਚੋਣਾਂ ਵਾਲੀ ਹਵਾ ਆ ਉਹਦੇ ਵਿੱਚ ਇੱਕ ਮਾਹੌਲ ਜਿਹੜਾ ਆ ਉਹ ਗਰਮਾ ਰਿਹਾ। ਜੀ ਸ਼ਰਮਾ ਜੀ, ਇੱਕ ਪਾਸੇ ਤਾਂ ਕੇਜਰੀਵਾਲ ਹੈ ਜਿਹੜੇ ਉਹ ਪੰਜਾਬ ਦੌਰੇ ਤੇ ਆਏ ਹੋਏ ਨੇ ਤੇ ਉਹਨਾਂ ਨੇ ਕੱਲ ਜਿਵੇਂ ਲੁਧਿਆਣਾ ਦੇ ਵਿੱਚ ਉਹ ਬੋਲੇ ਤੇ ਉਸੇ ਤਰ੍ਹਾਂ ਹੀ ਲੁਧਿਆਣਾ ਵਿੱਚ ਪੰਜਾਬ ਕਾਂਗਰਸ ਦੀ ਰੈਲੀ ਵੀ ਚੱਲ ਰਹੀ ਸੀ ਤੇ ਕੇਜਰੀਵਾਲ ਨੇ ਮੁੱਖ ਮੰਤਰੀ ਚੰਨੀ ਤੇ ਵਾਰ ਕੀਤਾ ਹੈ ਕਿ ਉਹ ਨਕਲੀ ਕੇਜਰੀਵਾਲ ਨੇ। ਇਸ ਬਾਰੇ ਅਸੀਂ ਚਰਚਾ ਕਰਾਂਗੇ, ਪਰ ਚਰਚਾ ਕਰਾਂਗੇ ਬ੍ਰੇਕ ਤੋਂ ਬਾਅਦ। ਬ੍ਰੇਕ ਤੋਂ ਬਾਅਦ ਸਵਾਗਤ ਹੈ। ਸੋ ਸ਼ਰਮਾ ਜੀ, ਗੱਲ ਅਸੀਂ ਬ੍ਰੇਕ ਤੋਂ ਪਹਿਲਾਂ ਕਰ ਰਹੇ ਸੀ ਪੰਜਾਬ ਕਾਂਗਰਸ ਦੀ ਤੇ ਕੇਜਰੀਵਾਲ ਦੀ। ਪੰਜਾਬ ਕਾਂਗਰਸ ਦੀ ਜੇ ਗੱਲ ਕਰਦੇ ਹਾਂ ਤਾਂ ਕੱਲ ਉਹ ਵੀ ਸਿੱਧੂ ਤੇ ਚੰਨੀ ਸਾਹਿਬ ਇਹ ਦੋਨੋਂ ਘਿਓ ਖਿਚੜੀ ਹੋਏ ਨਜ਼ਰ ਆਏ ਨੇ ਤੇ ਉੱਥੇ ਹੀ ਜਿਹੜੇ ਕੇਜਰੀਵਾਲ ਹੈ ਉਹਨਾਂ ਨੇ ਵੀ ਲੁਧਿਆਣੇ ਦੇ ਵਿੱਚ ਚੋਣਾਂ ਦਾ ਬਿਗਲ ਵਜਾਇਆ ਹੈ ਤੇ ਪੰਜਾਬ ਕਾਂਗਰਸ ਵੱਲੋਂ ਵੀ ਚੋਣਾਂ ਦਾ ਬਿਗਲ ਵਜਾ ਦਿੱਤਾ ਗਿਆ ਹੈ। ਪਰ ਫਰਕ ਸਿਰਫ ਇਹ ਹੈ ਕਿ ਜਿਹੜੇ ਕੇਜਰੀਵਾਲ ਸਾਹਿਬ ਨੇ, ਕਿਉਂਕਿ ਆਪਾਂ ਉਹਨਾਂ ਦੀ ਗੱਲ ਇਸ ਲਈ ਪਹਿਲਾਂ ਕਰਾਂਗੇ ਕਿਉਂਕਿ ਉਹਨਾਂ ਨੇ ਹੁਣ ਦਿੱਲੀ ਵਾਪਸ ਮੁੜਨਾ ਹੈ। ਕੇਜਰੀਵਾਲ ਸਾਹਿਬ ਨੇ ਬਹੁਤ ਕੁਝ ਕਿਹਾ, ਕੀ ਕਹਿਣਾ ਚਾਹੋਗੇ? ਦੇਖੋ ਜੀ, ਕੁਝ ਗੱਲਾਂ ਅਸੀਂ ਕਰ ਲਈਆਂ ਜਿਹੜੀਆਂ ਅੱਜ ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ, ਉਹਦੇ ਵਿੱਚ ਉਹਨਾਂ ਨੇ 2-3 ਗੱਲਾਂ ਦੱਸੀਆਂ। ਇਹ ਉਹ ਗੱਲਾਂ ਨੇ ਜਿਹੜੀਆਂ ਰਾਜਨੀਤੀ ਦੇ ਪਰੰਪਰਕ ਖਿਡਾਰੀ ਜਦੋਂ ਚੋਣਾਂ ਦਾ, ਜਿੱਦਾਂ ਤੁਸੀਂ ਕਹਿੰਦੇ ਨਾ, ਬਿਗਲ ਵਜਾਉਂਦੇ ਆ ਤੇ ਉਦੋਂ ਇਹੋ ਜਿਹੀਆਂ ਹੀ ਤੂਤੀਆਂ ਦੇ ਵਿੱਚੋਂ ਆਵਾਜ਼ਾਂ ਉਹ ਕੱਢਦੇ ਨੇ। ਹਰ ਇੱਕ ਰਾਜਨੀਤੀਵਾਨ ਜਦੋਂ ਪ੍ਰੈਸ ਕਾਨਫਰੰਸ 'ਚ ਬੈਠਦਾ ਜਾਂ ਚੋਣਾਂ ਤੋਂ ਕੁਝ ਦਿਨ ਪਹਿਲਾਂ ਇਹੋ ਜਿਹੀ ਕੋਈ ਗੱਲਬਾਤ ਕਰਨ ਲਈ ਸਾਹਮਣੇ ਆਉਂਦਾ ਤੇ ਉਹ ਇਹੀ ਕਹਿੰਦਾ ਕਿ ਅਸੀਂ ਚੋਣਾਂ ਲੜਨ ਲਈ ਤਿਆਰ ਆ, ਅਸੀਂ ਮਾਲਿਸ਼ ਮੁਲਿਸ਼ ਕੀਤੀ ਉਹ ਆ ਕੁਸ਼ਤੀ ਲਈ, ਤੇ ਸਾਡੇ ਕੋਲ ਤੇ ਦੂਜੀ ਪਾਰਟੀ ਦੇ ਸਾਰੇ ਭਲਵਾਨ ਆਉਣ ਨੂੰ ਤਿਆਰ ਆ। ਬਿਲਕੁਲ। ਉਹਨਾਂ ਨੇ ਕਿਹਾ ਕਿ ਕੱਲ ਉਹਨਾਂ ਦੇ ਇੱਕ ਲੀਡਰ ਨੇ ਕਿਹਾ ਸੀ, ਕੁਲਤਾਰ ਸਿੰਘ ਨੇ, ਕਿ ਸਾਡੇ ਕੋਲ 20 ਤੋਂ ਜ਼ਿਆਦਾ ਵਿਧਾਇਕ ਕਾਂਗਰਸ ਦੇ ਆਉਣ ਨੂੰ ਤਿਆਰ ਆ। ਤੇ ਅੱਜ ਉਹਨਾਂ ਨੇ ਥੋੜੀ ਜਿਹੀ ਰਕਮ ਜਿਹੜੀ ਆ ਉਹ ਵਧਾ ਕੇ ਦੱਸ ਦਿੱਤੀ ਕਿ 20 ਨਹੀਂ 25 ਜਿਹੜੇ ਨੇ ਕਾਂਗਰਸੀ ਵੱਡੇ ਤੇ 1-2 ਤਾਂ ਮੈਂਬਰ ਪਾਰਲੀਮੈਂਟ ਵੀ ਆਉਣ ਨੂੰ ਤਿਆਰ ਆ। ਹੁਣ ਪੰਜਾਬ 'ਚ ਜਿਹੜੇ ਮੈਂਬਰ ਪਾਰਲੀਮੈਂਟ ਆ ਉਹ ਸੋਚਦੇ ਹੋਣੇ ਆ ਵੀ ਅਸੀਂ ਕਦੋਂ ਜਾਣਾ। ਤੇ ਕੈਪਟਨ ਸਾਹਿਬ ਦੀ ਮੈਡਮ ਨੇ ਵੀ ਹੁਣ ਰਾਜਨੀਤੀ ਦੇ ਵਿੱਚ ਮੈਂਬਰ ਪਾਰਲੀਮੈਂਟ ਤਾਂ ਹੈਗੇ ਆ, ਕੀ ਪਤਾ ਉਹਨਾਂ ਨੇ ਵੀ ਸੋਚਿਆ ਹੋਵੇ ਕਿ ਉਧਰ ਨੂੰ ਚੱਲ ਜਾਈਏ। ਚਲੋ ਜੋ ਕਾ ਪਾਰਟ ਆ। ਦੂਸਰੀ ਜਿਹੜੀ ਉਹਨਾਂ ਨੇ ਗੱਲ ਕੀਤੀ ਕਿ ਮੈਂ ਕਾਂਗਰਸ ਦਾ ਜਿਹੜਾ ਕਚਰਾ ਆ, ਜਿਹੜਾ ਕੂੜਾ ਆ, ਉਹ ਨਹੀਂ ਲੈਣਾ। ਇਹਨੂੰ ਤੁਸੀਂ ਹਰਪ੍ਰੀਤ ਜੀ ਜਦੋਂ ਇਹੋ ਜਿਹੀਆਂ ਬਿਆਨਾਂ ਨੂੰ ਤੁਸੀਂ ਪੜ੍ਹਦੇ ਆ, ਦੇਖਦੇ ਆ, ਸੁਣਦੇ ਆ ਤੇ ਰਾਜਨੀਤੀ ਦੇ ਵਿਦਿਆਰਥੀ ਹੋਣ ਦੇ ਨਾਤੇ, ਰਾਜਨੀਤੀ ਨੂੰ ਦੇਖਣ, ਸੁਣਨ, ਪੜ੍ਹਨ, ਸਮਝਣ ਹੋਣ ਵਾਲੇ ਦੇ ਨਾਤੇ
ਫਿਰ ਉਹ ਗੱਲਾਂ ਜਿਹੜੀਆਂ ਨੇ ਨਾ ਫਿਰ ਉਹੀ ਲੱਗਦੀਆਂ ਕਿ ਯਾਰ ਇਹ ਸਾਰੇ ਹੀ ਇਸ ਹਮਾਮ 'ਚ ਇੱਕੋ ਜਿਹੇ ਹੀ ਨੇ। ਬਿਲਕੁਲ ਇੱਕੋ ਥਾਲੀ ਦੇ ਚੱਟੀ ਬੱਟੇ ਨੇ। ਜੇ ਤੁਸੀਂ ਕਿਸੇ ਮੈਂਬਰ ਨੂੰ, ਕਿਸੇ ਵਿਧਾਇਕ ਨੂੰ, ਕਿਸੇ ਲੀਡਰ ਨੂੰ ਕੂੜਾ ਸਮਝਦੇ ਆ, ਬਿਲਕੁਲ, ਫਿਰ ਇਹ ਤੁਸੀਂ ਕਿਸ ਮਾਨਸਿਕਤਾ ਦਾ ਪ੍ਰਗਟਾਵਾ ਕਰਦੇ? ਇਹ ਪੰਜਾਬ ਆ, ਤੁਹਾਨੂੰ ਤੇ ਪਹਿਲਾਂ ਹੀ ਪੰਜਾਬ ਦੇ ਲੋਕ ਬਾਹਰਲਾ ਦੱਸਦੇ ਨੇ। ਬਿਲਕੁਲ, ਫਿਰ ਜੇ ਤੁਸੀਂ ਇਹੋ ਜਿਹੀਆਂ ਗੱਲਾਂ ਕਰੋਗੇ ਤੇ ਫਿਰ ਜਿਹੜੇ ਸੁਘੜ ਲੋਕ ਨੇ, ਜਿਹੜੇ ਸੂਝਵਾਨ ਲੋਕ ਨੇ, ਜਿਨ੍ਹਾਂ ਨੂੰ ਅਸੀਂ ਫਲੋਟਿੰਗ ਵੋਟਰਸ ਕਹਿੰਦੇ ਆ, ਜਿਹੜੇ ਵੋਟਾਂ ਪਾਉਣ ਵੇਲੇ ਸੋਚਦੇ ਨੇ ਕਿ ਕਿਹਨੂੰ ਵੋਟ ਪਾਈਏ, ਫਿਰ ਜਦੋਂ ਕੋਈ ਇਹੋ ਜਿਹੀ ਗੱਲ ਉਹਨਾਂ ਦੇ ਧਿਆਨ 'ਚ ਆਉਂਦੀ ਆ ਤੇ ਫਿਰ ਬੰਦਾ ਸੋਚਦਾ ਜ਼ਰੂਰ ਆ ਕਿ ਯਾਰ ਇਹਨਾਂ ਨੂੰ ਵੋਟ, ਇਹ ਨਵਿਆਂ ਨੂੰ ਪਾਉਣ ਨਾਲੋਂ ਵੀ ਚੰਗਾ ਫਿਰ ਨਾ ਹੀ ਪਾਈਏ। ਇਸੇ ਕਰਕੇ ਜਿਹੜੀ ਉਦਾਸੀਨਤਾ ਵੀ ਜਿਹੜੀ ਆ ਵੋਟਰਾਂ ਦੇ ਵਿੱਚ ਉਹ ਵੱਧਦੀ ਆ। ਪਰ ਨਾਲ ਦੀ ਨਾਲ ਕੁਝ ਗੱਲਾਂ ਉਹਨਾਂ ਨੇ ਜਿਹੜੀਆਂ ਚੰਗੀਆਂ ਕੀਤੀਆਂ, ਜੇ ਆਪਾਂ ਉਹਨਾਂ ਦੀ ਵੀ ਗੱਲ ਕਰੀਏ ਤੇ ਉਹਨਾਂ ਨੇ ਟੀਚਰ ਵਰਗ ਨੂੰ ਲੈ ਕੇ ਖੁਸ਼ ਕਰਨ ਦੀ ਗੱਲ ਜਿਹੜੀ ਉਹ ਕੀਤੀ ਜੀ। ਕਿਉਂਕਿ ਮੈਂ ਇਸ ਗੱਲ ਕਰਕੇ ਉਸ ਪਾਰਟੀ ਨੂੰ ਅਸੀਂ ਕੁਝ ਹੱਦ ਤੱਕ ਚੰਗਾ ਸਮਝਦੇ ਹਾਂ ਕਿ ਦਿੱਲੀ ਦੇ ਵਿੱਚ ਉਹਨਾਂ ਨੇ ਐਜੂਕੇਸ਼ਨ ਨੂੰ ਲੈ ਕੇ ਜਾਂ ਹੈਲਥ ਨੂੰ ਲੈ ਕੇ ਕਾਫੀ ਜਿਹੜੇ ਚੰਗੇ ਕੰਮ ਕੀਤੇ ਨੇ। ਜਦੋਂ ਪੰਜਾਬ ਦੇ ਵਿੱਚ ਫ੍ਰੀ ਇਲਾਜ ਦੀ ਗੱਲ ਕਰਦੇ ਆ ਤੇ ਸਾਨੂੰ ਪੰਜਾਬ ਦੇ ਬਿਮਾਰ ਹਸਪਤਾਲ ਨਜ਼ਰ ਆਉਂਦੇ ਆ। ਸਭ ਤੋਂ ਪਹਿਲਾਂ ਤੁਸੀਂ ਕਿਸੇ ਵੀ ਜ਼ਿਲ੍ਹੇ ਦੇ ਸਰਕਾਰੀ ਹਸਪਤਾਲ 'ਚ ਚਲ ਜਾਓ ਤੇ ਤੁਸੀਂ ਇਦਾਂ ਯਕੀਨ ਕਰੋ ਕਿ ਉਹਨਾਂ ਦੇ ਕੋਲ ਲਾਮਿਸਾਲ ਬਿਲਡਿੰਗਾਂ ਨੇ, ਵੱਡੇ ਵੱਡੇ ਕੰਪਾਊਂਡ ਖਾਲੀ ਪਏ ਨੇ। ਜੇ ਮੇਰੇ ਆਪਣੇ ਜ਼ਿਲ੍ਹੇ ਹੁਸ਼ਿਆਰਪੁਰ ਦੇ ਅਸੀਂ ਸਿਵਲ ਹਸਪਤਾਲ ਦੀ ਗੱਲ ਕਰੀਏ ਤੇ ਏਕੜਾਂ ਦੇ ਹਿਸਾਬ ਨਾਲ ਜ਼ਮੀਨ ਦੇ ਵਿੱਚ ਬਣਿਆ ਹੋਇਆ, ਕੋਈ ਪ੍ਰਾਈਵੇਟ ਹਸਪਤਾਲ ਉਹਦੇ 10ਵੇਂ ਹਿੱਸੇ 'ਚ ਵੀ ਹੈ ਨਹੀਂ। ਪਰ ਉਹਨਾਂ ਨੇ ਇੱਕ ਸਿਸਟਮ ਬਣਾਇਆ ਹੋਇਆ, ਸਫਾਈ ਦਾ ਧਿਆਨ ਹੈ, ਸਟਾਫ ਦਾ ਧਿਆਨ ਹੈ, ਸਾਰੀਆਂ ਚੀਜ਼ਾਂ ਜਿਹੜੀਆਂ ਆ ਉੱਥੇ ਪੂਰੀਆਂ ਨੇ। ਸਰਕਾਰੀ ਦੇ ਵਿੱਚ ਕੀ ਹੈਗਾ ਕਿ ਬਜਟ ਵੀ ਬਹੁਤ ਆ, ਸਮਾਨ ਵੀ ਸਾਰਾ ਕੁਝ ਆਉਂਦਾ ਆ, ਪਰ ਉਹ ਜਿਹੜਾ ਮਿਸਮੈਨੇਜਮੈਂਟ ਆ ਤੇ ਸਰਕਾਰੀ ਹੋਣ ਦੇ ਨਾਤੇ ਉਹਦੀ ਜਿਹੜੀ ਤਕਨੀਕ ਆ, ਜਿਹੜੀ ਉਹਦੀ ਵਰਤੋਂ ਆ, ਉਹ ਸਹੀ ਤਰੀਕੇ ਨਾਲ ਨਹੀਂ ਹੁੰਦੀ। ਉੱਥੇ ਹੀ ਸਮਾਨ ਖਰਾਬ ਪਿਆ ਹੁੰਦਾ, ਉੱਥੇ ਹੀ ਠੀਕ ਪਿਆ ਹੁੰਦਾ, ਜਦ ਕਿ ਜਦੋਂ ਤੁਸੀਂ ਕਿਸੇ ਪ੍ਰਾਈਵੇਟ ਹਸਪੀਟਲ 'ਚ ਜਾਂਦੇ ਆ ਤਾਂ ਤੁਹਾਨੂੰ ਉੱਥੇ ਜਿਹੜਾ ਚੰਗਾ ਨਜ਼ਾਰਾ ਪੇਸ਼ ਆਉਂਦਾ। ਫਿਰ ਉਹਨਾਂ ਸਾਰੀਆਂ ਚੀਜ਼ਾਂ ਨੂੰ ਦੇਖ ਕੇ ਲੱਗਦਾ, ਉਹਨਾਂ ਦੀ ਗੱਲ ਠੀਕ ਲੱਗਦੀ ਆ ਵੀ ਸਾਰੇ ਕੰਮ ਹੋ ਸਕਦੇ ਨੇ, ਸਿਰਫ ਇੱਕ ਸੁਚੱਜੀ ਨੀਤੀ ਬਣਾਉਣ ਦੀ ਲੋੜ ਆ। ਸੁਚੱਜੀ ਨੀਤੀ ਬਣਾਉਣ ਤੋਂ ਬਾਅਦ ਉਹਨੂੰ ਬਹੁਤ ਢੰਗ ਤਰੀਕੇ ਦੇ ਨਾਲ ਲਾਗੂ ਕਰਨ ਦੀ ਲੋੜ ਹੈ। ਬਿਲਕੁਲ, ਜੇ ਇਸੇ ਤਰੀਕੇ ਨਾਲ ਆਪਾਂ ਜਿਹੜੀਆਂ ਹੈਗੀਆਂ ਆ ਸਿੱਖਿਆ ਸਹੂਲਤਾਂ ਦੀ ਗੱਲ ਕਰੀਏ ਤੇ ਪੰਜਾਬ ਦੇ ਲਗਭਗ ਹਰ ਪਿੰਡ 'ਚ ਸਰਕਾਰੀ ਸਕੂਲ ਆ। ਸ਼ਹਿਰਾਂ ਦੇ ਵਿੱਚ ਸਕੂਲਾਂ ਦੀ ਗਿਣਤੀ ਇੱਕ ਤੋਂ ਵਧੇਰੇ ਵੀ ਆ। ਇਨਫਰਾਸਟ੍ਰਕਚਰ ਦੇ ਨਾਂ ਤੇ ਕਿਤੇ ਕੁਝ ਪ੍ਰੋਬਲਮਸ ਜ਼ਰੂਰ ਨੇ, ਪਰ ਟੀਚਰ ਉਹਨਾਂ ਕੋਲ ਲਾਮਿਸਾਲ ਨੇ। ਤੇ ਜੇਕਰ ਐਜੂਕੇਸ਼ਨ ਦੀ ਗੱਲ ਕਰੀਏ ਤੇ ਉਹਦੇ ਵਿੱਚ ਵੀ ਸੁਧਾਰ ਜਿਹੜੇ ਨੇ ਉਹ ਬਹੁਤ ਸੌਖਿਆਂ ਕੀਤੇ ਜਾ ਸਕਦੇ ਨੇ। ਕੁਝ ਚੀਜ਼ਾਂ ਨੂੰ ਲੈ ਕੇ ਜਿਹੜੀ ਉਹਨਾਂ ਨੇ ਗੱਲ ਕੀਤੀ, ਉਹਨਾਂ ਨੇ ਕਿਹਾ ਕਿ ਸਿੱਖਿਆ ਦੇ ਵਿੱਚ ਅਸੀਂ ਸਭ ਤੋਂ ਪਹਿਲਾਂ ਤੇ ਅਧਿਆਪਕਾਂ ਨੂੰ ਪੜ੍ਹਾਉਣ ਵਾਲਾ ਮਾਹੌਲ ਦੇਵਾਂਗੇ। ਫਿਰ ਉਹਨਾਂ ਨੇ ਕਿਹਾ ਕਿ ਅਸੀਂ ਬਹੁਤ ਸਾਰੇ ਬਦਲਾਵ ਕਰਾਂਗੇ, ਇਹਨਾਂ ਦੀਆਂ ਜਿਹੜੀਆਂ ਬਦਲੀ ਦੀਆਂ ਨੀਤੀਆਂ ਆ ਕਿ ਇਸ ਅਧਿਆਪਕ ਨੇ ਕਿੱਥੇ ਜਾ ਕੇ ਨੌਕਰੀ ਕਰਨੀ ਆ, ਉਹ ਜਿਹੜੀ ਬਦਲੀ ਦੀ ਪ੍ਰਕਿਰਿਆ ਆ ਉਹਨੂੰ ਸਰਲ ਤੇ ਸੁਚੱਜਾ ਬਣਾਵਾਂਗੇ। ਫਿਰ ਉਹਨਾਂ ਨੇ ਕਿਹਾ ਕਿ ਅਧਿਆਪਕਾਂ ਦੀ ਟ੍ਰੇਨਿੰਗ ਲਈ ਅਸੀਂ ਇੰਟਰਨੈਸ਼ਨਲ ਪੱਧਰ ਤੱਕ ਉਹਨਾਂ ਨੂੰ ਲੈ ਕੇ ਜਾਵਾਂਗੇ, ਬਾਹਰ ਵੀ ਜਾ ਕੇ ਜਿਹੜੇ ਅਧਿਆਪਕ ਨੇ ਉਹ ਸਿੱਖ ਸਕਣਗੇ ਕਿ ਬਾਹਰਲੇ ਮੁਲਕਾਂ ਦੇ ਵਿੱਚ ਜਿਹੜੀ ਸਕੂਲੀ ਪੜ੍ਹਾਈ ਉਹ ਕਿਵੇਂ ਆ ਤੇ ਸਾਡੇ ਉੱਥੇ ਤੌਰ ਤਰੀਕਿਆਂ ਦੇ ਵਿੱਚ ਕਿੱਥੇ ਕਿਤੇ ਬਦਲਾਵ ਕਰਨ ਦੀ ਲੋੜ ਆ। ਫਿਰ ਉਹਨੇ ਨਾਲ ਦੀ ਨਾਲ ਇਹ ਗੱਲ ਕੀ ਕਿ ਸਾਰੇ ਹੀ ਜਿਹੜੇ ਅਧਿਆਪਕਾਂ ਦੀਆਂ ਪੋਸਟਾਂ ਨੇ ਉਹ ਖਾਲੀ ਜਿਹੜੀਆਂ ਨੇ ਉਹ ਪੂਰੀਆਂ ਕੀਤੀਆਂ ਜਾਣਗੀਆਂ। ਜਿਹੜਾ ਮੇਰਾ ਬਹੁਤ ਵਾਹ ਰਹਿੰਦਾ ਹੈ ਅਧਿਆਪਕ ਤਬਕੇ ਦੇ ਨਾਲ, ਤੇ ਉਹਨਾਂ ਨੇ ਬਹੁਤ ਵਧੀਆ ਤੇ ਬੜੀ ਜ਼ਰੂਰੀ ਗੱਲ ਕੀਤੀ ਕਿ ਅਧਿਆਪਕਾਂ ਤੋਂ ਨਾਨ ਟੀਚਿੰਗ ਕੰਮ ਜਿਹੜੇ ਆ ਉਹ ਨਹੀਂ ਲਏ ਜਾਣਗੇ। ਉਹਨਾਂ ਦੀਆਂ ਡਿਊਟੀਆਂ ਹੋਰ ਕਿਸੇ ਕੰਮਾਂ ਦੇ ਵਿੱਚ ਨਹੀਂ ਲਾਈਆਂ ਜਾਣਗੀਆਂ, ਉਹ ਸਿਰਫ ਔਰ ਸਿਰਫ ਪੜ੍ਹਾਉਣ ਦਾ ਕੰਮ ਕਰਨਗੇ। ਸੋ ਕਾਫੀ ਗੱਲਾਂ ਚੰਗੀਆਂ ਕੀਤੀਆਂ, ਜਿਨ੍ਹਾਂ ਨੂੰ ਜਿਸ ਗੱਲ ਨੂੰ ਲੈ ਕੇ ਨਵਜੋਤ ਸਿੰਘ ਸਿੱਧੂ ਰੋਡ ਮੈਪ ਕਹਿੰਦੇ ਨੇ ਪੰਜਾਬ ਕਾਂਗਰਸ ਦਾ ਜਾਂ ਪੰਜਾਬ ਨੂੰ ਬਚਾਉਣ ਦਾ, ਕੁਝ ਗੱਲਾਂ ਉਹੋ ਜਿਹੀਆਂ ਕਰਦੇ ਨਜ਼ਰ ਆਏ। ਨਾਲ ਦੀ ਨਾਲ ਉਹਨਾਂ ਨੇ ਨਵਜੋਤ ਸਿੰਘ ਸਿੱਧੂ ਦੀ ਤਾਰੀਫ ਵੀ ਕੀਤੀ ਕਿ ਸਿੱਧੂ ਇੱਕ ਚੰਗੇ ਲੀਡਰ ਨੇ ਤੇ ਆਪਣੀ ਪਾਰਟੀ ਦੇ ਵਿੱਚ, ਪਾਰਟੀ ਦੇ ਪਲੇਟਫਾਰਮ ਦੇ ਉੱਤੇ ਖੜੇ ਹੋ ਕੇ ਵੀ ਉਹ ਆਪਣੇ ਮੁੱਖ ਮੰਤਰੀ ਦੀਆਂ ਗਲਤੀਆਂ ਵੀ ਕੱਢਦੇ ਨੇ ਤੇ ਕੁਝ ਚੰਗੀਆਂ ਗੱਲਾਂ ਵੀ ਕਰਦੇ ਨੇ। ਜੀ ਸ਼ਰਮਾ ਜੀ, ਪਰ ਤੁਹਾਨੂੰ ਲੱਗਦਾ ਨਹੀਂ ਕਿ ਭਾਵੇਂ ਕਾਂਗਰਸ ਤੇ ਆਮ ਆਦਮੀ ਪਾਰਟੀ ਸਾਰੇ ਮੁੱਦਿਆਂ ਤੇ ਕੱਲ ਵੱਖੋ ਵੱਖਰਾ ਬੋਲੀ ਹੋਵੇ, ਮੁੱਦੇ ਭਾਵੇਂ ਉਹੀ ਨੇ ਪਰ ਦੋਨਾਂ ਦੇ ਬਿਆਨ ਵੱਖਰੇ ਵੱਖਰੇ ਹੋਣ, ਪਰ ਇੱਕ ਆਟੋ ਨੂੰ ਲੈ ਕੇ ਇੱਕੋ ਪਲੇਟਫਾਰਮ ਤੇ ਨਜ਼ਰ ਆਏ, ਬੜਾ ਮਾਣ ਬਖਸ਼ਿਆ ਦੋਨਾਂ ਨੇ ਕੱਲ ਆਟੋ ਵਾਲਿਆਂ ਨੂੰ। ਦੇਖੋ, ਫਿਰ ਉਹ ਮੈਨੂੰ ਸੰਪਤ ਸਰਲ ਜਿਹੜੇ ਹਿੰਦੀ ਵਾਲੇ ਕਵੀ ਨੇ ਉਹਨਾਂ ਦੀ ਗੱਲ ਯਾਦ ਆਉਂਦੀ ਆ ਜੀ। ਜਦੋਂ ਮੋਦੀ ਸਾਹਿਬ ਵੀ ਅਯੁੱਧਿਆ ਦੇ ਮੰਦਿਰ ਨੂੰ ਜਾਂਦੇ ਆ ਤੇ ਰਾਹੁਲ ਗਾਂਧੀ ਕਿਸੇ ਗਰੀਬ ਦੇ ਘਰ ਖਾਣਾ ਖਾਂਦੇ ਆ ਤੇ ਫਿਰ ਹਿੰਦੀ ਦੇ ਜਿਹੜੇ ਕਵੀ ਨੇ ਉਹ ਕਹਿੰਦੇ ਨੇ ਕਿ ਰਾਜੇ ਦਾ ਧਰਮ ਕਿਸੇ ਗਰੀਬ ਦੇ ਘਰ ਖਾਣਾ ਖਾਣਾ ਨਹੀਂ ਹੈਗਾ। ਰਾਜੇ ਦਾ ਧਰਮ ਇਸ ਗੱਲ ਦੇ ਵਿੱਚ ਆ ਕਿ ਉਸਦੇ ਮੁਲਕ ਦਾ, ਉਸਦੇ ਸਿਆਸਤ, ਉਸਦੇ ਰਿਆਸਤ ਦਾ, ਉਸਦੇ ਸਟੇਟ ਦਾ ਹਰ ਬੰਦਾ ਖਾਣਾ ਖਾਵੇ। ਤੇ ਰਾਜੇ ਦਾ ਧਰਮ ਮੰਦਿਰ ਬਣਾਉਣਾ ਨਹੀਂ ਆ, ਉਹਦਾ ਧਰਮ ਇਸ ਗੱਲ ਦੇ ਵਿੱਚ ਆ ਕਿ ਪੂਰੇ ਦਾ ਪੂਰਾ ਜਿਹੜਾ ਪ੍ਰਾਂਤ ਆ, ਪੂਰੇ ਦੇ ਪੂਰਾ ਜਿਹੜਾ ਸਟੇਟ ਆ ਉਹ ਮੰਦਿਰ ਵਰਗਾ ਹੋਵੇ। ਪਰ ਕਿਉਂਕਿ ਲੋਕਤੰਤਰ ਜਿਹੜਾ ਆ ਉਹ ਲੋਕਾਂ ਨਾਲ ਹੈ, ਲੋਕਤੰਤਰ ਦੇ ਵਿੱਚ ਵੋਟਾਂ ਦੀ ਜਿਹੜੀ ਗਿਣਤੀ ਆ ਉਹ ਮੈਟਰ ਕਰਦੀ ਆ। ਤੇ ਜਿੱਦਾਂ ਅੱਜ ਚੀਫ ਜਸਟਿਸ ਸਾਹਿਬ ਨੇ ਵੀ ਕਿਸੇ ਕੇਸ ਦੇ ਸੰਬੰਧ ਦੇ ਵਿੱਚ ਕਿਹਾ ਕਿ ਲੋਕਤੰਤਰ ਜਿਹੜਾ ਆ ਅਲਟੀਮੇਟਲੀ ਲੋਕਾਂ ਨਾਲ ਹੀ ਜੁੜਿਆ ਹੋਇਆ ਹੈ, ਲੋਕਾਂ ਨਾਲ ਹੀ ਬਣਦਾ ਹੈ। ਪਰ ਉਹ ਚੀਫ ਜਸਟਿਸ ਸਾਹਿਬ ਦੀ ਜਿਹੜੀ ਗੱਲ ਆ ਉਹ ਇਹਨਾਂ ਲੋਕਾਂ ਨੂੰ, ਇਹਨਾਂ ਲੀਡਰਾਂ ਨੂੰ
ਸਿਰਫ ਵੋਟਾਂ ਵਾਲੇ ਦਿਨਾਂ 'ਚ ਹੀ ਯਾਦ ਆਉਂਦੀ ਆ। ਤੁਸੀਂ ਇਹ ਲਾਹਨਤ ਵਾਲੀ ਗੱਲ ਹੋਵੇਗੀ ਕਿ ਜੇ ਵੋਟਾਂ ਤੋਂ ਬਿਨਾਂ ਤੁਸੀਂ ਇਹਨਾਂ ਨੂੰ ਕਦੇ ਮਿਲ ਵੀ ਸਕੋ, ਇਹਨਾਂ ਨਾਲ ਕਦੇ ਹੱਥ ਵੀ ਮਿਲਾ ਸਕੋ। ਬਿਲਕੁਲ। ਆਟੋ 'ਚ ਬਹਿਣਾ ਜਾਂ ਕਿਸੇ ਦੇ ਘਰ ਜਾ ਕੇ ਖਾਣਾ ਖਾਣਾ ਤਾਂ ਬਹੁਤ ਦੂਰ ਦੀ ਗੱਲ ਆ, ਪਰ ਫਿਰ ਵੀ ਕੱਲ ਲੁਧਿਆਣੇ ਦੇ ਵਿੱਚ ਦੋਨੋਂ ਹੀ ਮੁੱਖ ਮੰਤਰੀ, ਇੱਕ ਦਿੱਲੀ ਦੇ ਤੇ ਇੱਕ ਪੰਜਾਬ ਦੇ, ਉਹ ਆਟੋਜ਼ ਦੇ ਵਿੱਚ ਹੀ ਬੈਠੇ ਨਜ਼ਰ ਆਏ ਤੇ ਆਟੋ ਵਾਲਿਆਂ ਦੇ ਨਾਲ ਕੋਈ ਚਾਹ ਪੀਂਦਾ ਨਜ਼ਰ ਆਇਆ, ਕੋਈ ਉਹਨਾਂ ਦੇ ਚਲਾਨ ਮਾਫ ਕਰਦਾ ਨਜ਼ਰ ਆਇਆ ਤੇ ਕਿਸੇ ਨੇ ਉਹਨਾਂ ਨੂੰ ਇਹ ਕਹਿ ਦਿੱਤਾ ਕਿ ਤੁਹਾਡੇ ਜਿਹੜੇ ਸਟicker ਲਵਾ ਦਿੰਦੇ ਆ ਆਟੋਜ਼ ਦੇ ਪਿੱਛੇ ਤੇ ਤੁਹਾਨੂੰ ਜਦੋਂ ਸਾਡੀ ਸਰਕਾਰ ਆਊਗੀ ਕੋਈ ਪਰੇਸ਼ਾਨੀ ਜਿਹੜੀ ਆ ਉਹ ਨਹੀਂ ਹੋਵੇਗੀ। ਬਿਲਕੁਲ ਉਹ ਵੋਟਾਂ ਵਾਲਾ ਜਿਹੜਾ ਮਾਹੌਲ ਆ ਉਹ ਭਖ ਗਿਆ ਹੈ ਤੇ ਬਿਲਕੁਲ ਜਿੱਦਾਂ ਤੁਸੀਂ ਦੱਸਿਆ ਕਿ ਸਾਰੀਆਂ ਪਾਰਟੀਆਂ ਨੇ ਬਜਾ ਦਿੱਤਾ ਹੈ। ਪਰ ਇੱਕ ਗੱਲ ਹੋ ਰਿਹਾ ਕਿ ਇਹ 2 ਮਹੀਨੇ ਪਹਿਲਾਂ ਜਦੋਂ ਕਾਂਗਰਸ ਦੇ ਵਿੱਚ ਲੜਾਈ ਵਧੀ ਹੋਈ ਸੀ, ਉਦੋਂ ਇਦਾਂ ਲੱਗਦਾ ਸੀਗਾ ਕਿ ਅਕਾਲੀ ਦਲ ਇਸ ਚੋਣ ਰਣਨੀਤੀ ਦੇ ਵਿੱਚ ਬਹੁਤ ਅੱਗੇ ਆ, ਪਰ ਹੁਣ ਕੁਝ ਪਿਛਲੇ ਹਫ਼ਤਿਆਂ ਦੇ ਵਿੱਚੋਂ ਉਹ ਇਸ ਗੇਮ ਤੋਂ ਥੋੜਾ ਪਰੇ ਨਜ਼ਰ ਆਉਂਦੇ ਆ ਤੇ ਇਹ 2 ਖਿਡਾਰੀ ਜਿਹੜੇ ਆ ਉਹ ਅੱਗੇ ਨਜ਼ਰ ਆ ਰਹੇ ਜੀ। ਨਾਲ ਦੀ ਨਾਲ ਲੁਧਿਆਣੇ ਵਾਲੀ ਰੈਲੀ ਦੇ ਵਿੱਚ ਕੱਲ ਚਰਨਜੀਤ ਸਿੰਘ ਚੰਨੀ ਨੇ ਜਿਹੜੀਆਂ ਗੱਲਾਂ ਕੀਤੀਆਂ, ਉੱਥੇ ਸਭ ਤੋਂ ਵੱਡੀ ਗੱਲ ਜਿਹੜੀ ਤੁਸੀਂ 2 ਵਾਰੀ ਕੀਤੀ ਆ ਹੁਣੇ ਕਿ ਦੋਨੋਂ ਹੀ ਬੰਦੇ ਘਿਓ ਖਿਚੜੀ ਨਜ਼ਰ ਆਏ ਜੀ, ਪਾਰਟੀ ਦੇ ਪ੍ਰਧਾਨ ਵੀ ਤੇ ਮੁੱਖ ਮੰਤਰੀ ਸਾਹਿਬ ਵੀ। ਤੇ ਉਹਨਾਂ ਨੇ ਉੱਥੇ ਗੱਲ ਕੀਤੀ ਹੈਗੀ ਆ ਕੇਬਲ ਮਾਫੀਏ ਨੂੰ ਲੈ ਕੇ। ਹਾਲਾਂਕਿ ਉਹਨਾਂ ਨੇ 2 ਦਿਨ ਪਹਿਲਾਂ ਵੀ ਗੱਲ ਕੀਤੀ ਸੀ ਕਿ ਕੁਝ ਖਾਸ ਕਿਸਮ ਦੇ ਜਿਹੜੇ ਟੀਵੀ ਚੈਨਲ ਨੇ ਉਹਨਾਂ ਦਾ ਪੰਜਾਬ ਦੀ ਧਾਰਮਿਕ ਟੈਲੀਕਾਸਟ ਨੂੰ ਲੈ ਕੇ ਵੀ ਚਰਚੇ ਦੇ ਵਿੱਚ ਨੇ ਤੇ ਹੋਰ ਤਰੀਕੇ ਦਾ ਕੇਬਲ ਮਾਫੀਆ ਵੀ ਜਿਹੜਾ ਪੰਜਾਬ ਦੇ ਵਿੱਚ ਉਹ ਹਾਵੀ ਆ। ਕੁਝ ਚੈਨਲਸ ਦੀ ਉਹਨਾਂ ਨੇ ਗੱਲ ਵੀ ਕੀਤੀ ਤੇ ਕੱਲ ਉਹਨਾਂ ਨੇ ਇੱਕ ਹੋਰ ਚੁਣਾਵੀ ਸ਼ੋਸ਼ਾ ਕਹਿ ਲਓ ਛੱਡਿਆ ਕਿ ਜਿਹੜਾ ਕੇਬਲ ਦੀ ਜਿਹੜੀ ਫੀਸ ਆ, ਇੱਕ ਟੈਲੀਵਿਜ਼ਨ ਦੀ ਸਮਝ ਲਓ ਇੱਕ ਘਰ ਦੇ ਵਿੱਚ ਇੱਕ ਕਨੈਕਸ਼ਨ ਜਿਹੜਾ ਆ ਉਹਦੀ ਫੀਸ ਜਿਹੜੀ ਆ ਉਹ 100 ਰੁਪਏ ਕਰ ਦਿੱਤੀ ਜਾਵੇਗੀ ਜੀ। ਮੈਨੂੰ ਬਹੁਤਾ ਨਹੀਂ ਪਤਾ ਸ਼ਹਿਰਾਂ ਦਾ ਪਿੰਡਾਂ ਦਾ, ਪਰ ਮੇਰਾ ਖਿਆਲ ਆ ਕਿ ਇਹ ਜਿਹੜੀ ਫੀਸ ਆ ਵੱਖ-ਵੱਖ ਤੌਰ ਤੇ 300 ਤੋਂ 500 600 ਰੁਪਏ ਤੱਕ ਦੇ ਵਿੱਚ ਵੀ ਵਸੂਲੀ ਜਾ ਰਹੀ ਆ ਪ੍ਰਾਈਵੇਟ ਚੈਨਲਸ ਵੱਲੋਂ। ਤੇ ਜਿਹੜੇ ਵੱਡੇ ਹਾਊਸ ਨੇ ਉਹਨਾਂ ਦਾ ਇਹਦੇ ਤੇ ਇਜਾਰੇਦਾਰੀ ਕਾਇਮ ਆ ਤੇ ਇਹ ਬਿਲਕੁਲ ਉਸੇ ਤਰੀਕੇ ਨਾਲ ਆ ਜਿੱਦਾਂ ਉਹ ਕੱਲ ਕਹਿੰਦੇ ਸੀਗੇ ਕਿ ਰੇਤਾ 5.5 ਰੁਪਏ ਕਰ ਦਿੱਤਾ ਤੇ ਉਸੇ ਵੇਲੇ ਹੀ ਸਿੱਧੂ ਸਾਹਿਬ ਨੇ ਮਾਈਕ ਜਦੋਂ ਉਹਨਾਂ ਨੂੰ ਮਿਲਿਆ ਉਹਨਾਂ ਨੇ ਕਹਿ ਦਿੱਤਾ ਕਿ 5.5 ਰੁਪਏ ਕੀਤਾ ਤਾਂ ਹੈ ਪਰ ਮਿਲਦੀ ਟਰਾਲੀ ਹਾਲੇ ਵੀ 3-4 ਹਜ਼ਾਰ ਦੀ ਹੀ ਹੈ। ਅਸੀਂ ਬਹੁਤ ਵਾਰ ਜ਼ਿਕਰ ਕਰ ਚੁੱਕੇ ਹਾਂ ਕਿ ਜਿਹੜੇ ਠੇਕੇਦਾਰ ਜਿਨ੍ਹਾਂ ਦੇ ਕੋਲ ਮਾਈਨਿੰਗ ਦਾ ਠੇਕਾ ਹੈ ਉਹਨਾਂ ਨੇ ਸਾਫ਼ ਕੀਤਾ ਹੈ ਕਿ ਮਾਰਚ ਤੱਕ ਸਾਡੇ ਕੋਲ ਜਿਹੜੀ ਆ ਕੰਟਰੈਕਟ ਆ ਤੇ ਅਸੀਂ ਤੇ ਇਦਾਂ ਹੀ ਵੇਚਾਂਗੇ। ਸਪਲਾਈ ਘੱਟ ਕਰਨ ਦੀਆਂ ਗੱਲਾਂ ਵੀ ਸੁਣਨ ਨੂੰ ਮਿਲਦੀਆਂ ਤੇ ਮਹਿੰਗੀ ਮਿਲਣ ਦੀਆਂ ਗੱਲਾਂ ਵੀ ਸੁਣਨ ਨੂੰ ਮਿਲਦੀਆਂ ਨੇ। ਮੁੱਖ ਮੰਤਰੀ ਸਾਹਿਬ ਹਾਲਾਂਕਿ ਦਾਅਵਾ ਕਰਦੇ ਨੇ ਕਿ ਮੈਂ ਅਸਤੀਫਾ ਦੇ ਦਿਆਂਗਾ, ਮੇਰਾ ਗਲਾ ਕੱਟ ਦਿਓ ਜੇ ਸਸਤੀ ਨਾ ਮਿਲੇ, ਪਰ ਉਹ ਜਿਹੜੇ ਦਾਅਵੇ ਨੇ ਉਹ ਕਿਤੇ ਹੋਰ ਨੇ ਤੇ ਵਾਅਦੇ ਜਿਹੜੇ ਨੇ ਅਸਲੀਅਤ ਦੇ ਵਿੱਚ ਜਿਹੜੀਆਂ ਗਰਾਊਂਡ ਰਿਐਲਿਟੀਜ਼ ਆ ਉਹ ਵੱਖਰੀਆਂ। ਉਹ 100 ਰੁਪਏ ਕਨੈਕਸ਼ਨ ਦੀ ਗੱਲ ਕੀਤੀ ਆ, ਕੁਝ ਹੋਰ ਗੱਲਾਂ ਵੀ ਉਹਨਾਂ ਨੇ ਉਸ ਵਾਅਦੇ ਦੇ ਦੌਰਾਨ ਹੀ ਕੀਤੀਆਂ ਤੇ ਨਵਜੋਤ ਸਿੰਘ ਸਿੱਧੂ ਨੇ ਵੀ ਫਿਰ ਉਹੀ ਗੱਲ ਕੀਤੀ ਕਿ ਜਦੋਂ ਸਿੱਧੂ ਦੀ ਵਾਰੀ ਆਵੇਗੀ ਤੇ ਰੇਤਾ ਜਿਹੜਾ ਆ ਸਸਤਾ ਹੋਵੇਗਾ ਜੀ। ਇਹਨਾਂ ਗੱਲਾਂ ਨੂੰ ਦੇਖ ਕੇ ਲੱਗਦਾ ਕਿ ਉਹ ਹਾਲੇ ਤੱਕ ਆਪਣੇ ਆਪ ਨੂੰ ਦੇਖ ਰਹੇ ਨੇ, ਪਾਰਟੀ ਉਹਨਾਂ ਨੂੰ ਦੇਖ ਰਹੀ ਆ ਕਿ ਨਹੀਂ ਦੇਖ ਰਹੀ ਹੈ ਵੱਖਰੀ ਗੱਲ ਹੋਵੇਗੀ। ਬਿਲਕੁਲ ਉਸੇ ਤਰੀਕੇ ਜਿੱਦਾਂ ਅਰਵਿੰਦ ਕੇਜਰੀਵਾਲ ਪੰਜਾਬ ਦੇ ਚਿਹਰਾ ਐਲਾਨਣ ਦੇ ਵਿੱਚ ਦੇਰੀ ਕਰ ਰਿਹਾ, ਕਾਂਗਰਸ ਨੇ ਵੀ ਹਾਲੇ ਚਿਹਰਾ ਜਿਹੜਾ ਐਲਾਨਿਆ ਨਹੀਂ। ਪਰ ਇੱਕ ਗੱਲ ਚੰਗੀ ਆ ਕਾਂਗਰਸ ਦੇ ਪੱਖ ਤੋਂ ਕਿ ਦੋਨੋਂ ਧਿਰਾਂ ਜਿਹੜੀਆਂ ਨੇ ਉਹ ਇਕੱਠੀਆਂ ਹੋ ਗਈਆਂ ਨੇ, ਪਾਰਟੀ ਪ੍ਰਧਾਨ ਵੀ ਤੇ ਸੂਬੇ ਦੇ ਮੁੱਖ ਮੰਤਰੀ ਵੀ। ਤੇ ਕੱਲ ਉਹਨਾਂ ਨੇ ਨਾਲ ਦੀ ਨਾਲ ਫਿਰ ਦਿੱਲੀ ਜਾ ਕੇ ਪਾਰਟੀ ਹਾਈ ਕਮਾਂਡ ਦੇ ਵਿੱਚ ਵੀ ਕੁਝ ਮੀਟਿੰਗਸ ਕੀਤੀ ਆ। ਚੰਨੀ ਸਾਹਿਬ ਨੇ 18 ਨੁਕਤਿਆਂ ਦੀ ਗੱਲ ਉੱਥੇ ਜਾ ਕੇ ਛੇੜੀ ਸੀ ਤੇ ਉਹਦੇ ਤੇ ਆਪਣਾ ਰਿਪੋਰਟ ਕਾਰਡ ਪਿਛਲੇ ਡੇਢ ਮਹੀਨੇ ਦਾ ਦੱਸਿਆ ਤੇ ਸਿੱਧੂ ਸਾਹਿਬ ਨੇ ਜਿਹੜਾ ਜਥੇਬੰਦਕ ਢਾਂਚਾ ਬਣਾਉਣਾ ਹੈ ਉਹਦੀ ਗੱਲ ਕੀਤੀ ਆ ਤੇ ਰੌਲਾ ਹੈ ਕਿ ਸ਼ਾਇਦ ਜਲਦੀ ਹੀ ਪੰਜਾਬ ਦਾ ਸਾਰਾ ਕਾਂਗਰਸੀ ਢਾਂਚਾ ਜਿਹੜਾ ਆ ਜ਼ਿਲ੍ਹਾ ਪ੍ਰਧਾਨ ਜਾਂ ਹੋਰ ਅਹੁਦੇ ਜਿਹੜੇ ਨੇ ਐਲਾਨ ਕੀਤੇ ਜਾਣਗੇ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਚੋਣ ਸਰਗਰਮੀਆਂ ਜਿਹੜੀਆਂ ਆ ਉਹ ਤੇਜ਼ ਹੋ ਜਾਣਗੀਆਂ। ਜੀ ਸ਼ਰਮਾ ਜੀ, ਇਸ ਚਰਚਾ ਨੂੰ ਇਸੇ ਤਰ੍ਹਾਂ ਜਾਰੀ ਰੱਖਾਂਗੇ ਪਰ ਇੱਕ ਬ੍ਰੇਕ ਤੋਂ ਬਾਅਦ। ਬ੍ਰੇਕ ਤੋਂ ਬਾਅਦ ਦਰਸ਼ਕਾਂ ਦਾ ਸਵਾਗਤ ਹੈ। ਸੋ ਸ਼ਰਮਾ ਜੀ, ਗੱਲ ਕਰ ਰਹੇ ਸੀ ਅਸੀਂ ਪੰਜਾਬ ਦੀ ਸਿਆਸਤ ਦੀ ਤੇ ਜੇ ਹੁਣ ਗੱਲ ਕਰ ਲਈਏ ਕੈਪਟਨ ਅਮਰਿੰਦਰ ਸਿੰਘ ਦੀ, ਬੇਸ਼ੱਕ ਉਹ ਇਸ ਵੇਲੇ ਪੰਜਾਬ ਦੇ ਮੁੱਖ ਮੰਤਰੀ ਨਹੀਂ ਰਹੇ ਪਰ ਸਿਆਸਤ ਵਿੱਚ ਉਸੇ ਤਰ੍ਹਾਂ ਸਰਗਰਮ ਨੇ, ਜਾਂ ਇਹ ਕਹਿ ਲਈਏ ਕਿ ਪਹਿਲਾਂ ਨਾਲੋਂ ਵੀ ਜ਼ਿਆਦਾ ਸਰਗਰਮ ਹੋ ਚੁੱਕੇ ਨੇ ਤੇ ਉਹਨਾਂ ਨੇ ਵੀ ਇੱਕ ਵੱਡਾ ਸਾਰਾ ਦਾਅਵਾ ਕਰ ਦਿੱਤਾ ਹੈ। ਕੀ ਕਹਿਣਾ ਚਾਹੋਗੇ ਕੈਪਟਨ ਅਮਰਿੰਦਰ ਸਿੰਘ ਬਾਰੇ? ਬਿਲਕੁਲ ਜੀ, ਸਿਆਸਤ 'ਚ ਹੁਣ ਉਹ ਸਰਗਰਮ ਹੋਏ ਨੇ। ਪਹਿਲਾਂ ਤਾਂ 4.5 ਸਾਲ ਉਹ ਰੈਸਟ ਹਾਊਸ 'ਚ ਰਹੇ ਆ, ਰੈਸਟ ਮੋਡ 'ਚ ਰਹੇ ਆ, ਆਰਾਮ ਫਰਮਾਇਆ ਰਾਜਿਆਂ ਵਾਂਗ 4.5 ਸਾਲ। ਪੰਜਾਬ ਜਿਹੜਾ ਸੀਗਾ ਕੋਵਿਡ ਦੇ ਦੌਰ ਦੇ ਵਿੱਚ ਥੋੜਾ ਜਿਹਾ 1-2 ਐਕਸ਼ਨ ਜ਼ਰੂਰ ਉਹਨਾਂ ਨੇ ਲਏ ਸੀ, ਪਰ ਜੇਕਰ 4.5 ਸਾਲ ਦੀ ਗੱਲ ਕਰੀਏ ਪੰਜਾਬ ਦੀ ਕਾਂਗਰਸ ਦੇ ਇਸ ਰਾਜ ਦੀ 17 ਤੋਂ ਲੈ ਕੇ 21 ਦੇ ਅਗਸਤ ਸਤੰਬਰ ਤੱਕ ਤੇ ਪੂਰਾ ਰੈਸਟ ਮੋਡ 'ਚ ਰਹੇ ਕੈਪਟਨ ਸਾਹਿਬ। ਹੁਣ ਥੋੜੇ ਜਿਹੇ ਐਕਟਿਵ ਜ਼ਰੂਰ ਨਜ਼ਰ ਆਏ ਨੇ। ਤਾਂ ਮੋਦੀ ਸਾਹਿਬ ਦੇ
ਧੰਨਵਾਦ ਲਈ ਪੂਰੇ ਪੇਜ ਦੇ ਇਸ਼ਤਿਹਾਰ ਦਿੱਤੇ ਉਹਨਾਂ ਨੇ ਕੁਝ ਅਖਬਾਰਾਂ 'ਚ ਤੇ ਕੱਲ ਵੀ ਕੁਝ ਵੱਡੀਆਂ ਅਖਬਾਰਾਂ ਦੇ ਵਿੱਚ ਉਹਨਾਂ ਨੇ ਆਰਟੀਕਲਸ ਲਿਖੇ ਜਿਹਦੇ 'ਚ ਉਹਨਾਂ ਨੇ ਧੰਨਵਾਦ ਕੀਤਾ ਫਿਰ ਪ੍ਰਧਾਨ ਮੰਤਰੀ ਦਾ ਉਹਨਾਂ ਕਾਨੂੰਨਾਂ ਨੂੰ ਵਾਪਸ ਕਰਨ ਤੇ ਨਾਲ ਦੀ ਨਾਲ ਲੋਕਾਂ ਨੂੰ ਅਪੀਲ ਕੀਤੀ ਕਿ ਸਾਨੂੰ ਆਪਣੇ ਪ੍ਰਧਾਨ ਮੰਤਰੀ ਦੇ ਉੱਤੇ ਯਕੀਨ ਵੀ ਰੱਖਣਾ ਚਾਹੀਦਾ ਤੇ ਧੰਨਵਾਦ ਵੀ ਕਰਨਾ ਚਾਹੀਦਾ। ਪਰ ਉਹ ਜਿਹੜਾ ਸਾਲ ਲੋਕਾਂ ਨੇ ਬਿਤਾਇਆ ਉਹਦੇ ਲਈ ਕੀ ਕਰਨਾ ਚਾਹੀਦਾ ਉਹ ਨਹੀਂ ਉਹਨਾਂ ਨੇ ਦੱਸਿਆ। ਤੇ ਬਾਕੀ ਲੀਡਰਾਂ ਵਾਂਗ ਮੈਂ ਜਿੱਦਾਂ ਪਹਿਲਾਂ ਦੱਸਿਆ ਵੀ ਜਦੋਂ ਵੀ ਸਿਆਸਤ ਗਰਮ ਹੁੰਦੀ ਆ, ਚੋਣਾਂ ਆਉਂਦੀਆਂ ਨੇ ਤੇ ਸਾਰੇ ਲੀਡਰ ਇਹੀ ਗੱਲ ਕਰਦੇ ਨੇ ਤੇ ਕੈਪਟਨ ਸਾਹਿਬ ਵੀ ਉਹ ਤੋਂ ਅਛੂਤੇ ਨਹੀਂ ਰਹੇ। ਉਹਨਾਂ ਨੇ ਵੀ ਉਹੀ ਗੱਲ ਕੀਤੀ ਕਿ ਮੇਰੇ ਸੰਪਰਕ 'ਚ ਬਹੁਤ ਵੱਡੇ ਕਾਂਗਰਸੀ ਆਗੂ ਨੇ, ਬਹੁਤ ਵਿਧਾਇਕ ਮੇਰੇ ਸੰਪਰਕ 'ਚ ਨੇ, ਮੈਂ ਉਹਨਾਂ ਦੀ ਲਾਈਨ ਜਿਹੜੀ ਆ ਉਹ ਲਾ ਦੇਣੀ ਆ, ਸਾਰੇ ਮੇਰੇ ਨਾਲ ਆ ਜਾਣੇ ਨੇ। ਤੇ ਹਾਲੇ ਇਸ ਕਰਕੇ ਨਹੀਂ ਲਾ ਰਿਹਾ ਕਿਉਂਕਿ ਚੋਣ ਜਾਬਤਾ ਜਿਹੜਾ ਨਹੀਂ ਲੱਗਿਆ ਤੇ ਫਿਰ ਉਹਨਾਂ ਦੇ ਉੱਤੇ ਪਾਰਟੀ ਛੱਡਣ ਦਾ ਦੋਸ਼ ਵੀ ਲੱਗਣਾ ਆ, ਕਾਨੂੰਨ ਵੀ ਲਾਗੂ ਹੋ ਸਕਦਾ ਉਹਨਾਂ ਦੇ ਉੱਤੇ ਤੇ ਸਰਕਾਰ ਉਹਨਾਂ ਦੇ ਜਿਹੜੇ ਆ ਫੰਡ ਵੀ ਰੋਕ ਲਊਗੀ ਕਿਉਂਕਿ ਹਾਲੇ ਜਿਹੜੀਆਂ ਗ੍ਰਾਂਟਾਂ ਆ ਉਹ MLAs ਨੂੰ ਮਿਲ ਰਹੀਆਂ। ਸੋ ਕੁੱਲ ਮਿਲਾ ਕੇ ਕੈਪਟਨ ਸਾਹਿਬ ਵੀ ਤਾਲ ਠੋਕ ਰਹੇ ਨੇ। ਉਹਨਾਂ ਦੀ ਤਾਲ ਇੰਨੀ ਬੇਤਾਲ ਵੀ ਨਹੀਂ ਹੈਗੀ। ਅਸੀਂ ਹਾਲੇ ਹੋ ਸਕਦਾ ਅਸੀਂ ਇਸ ਨਜ਼ਰੀਏ ਨਾਲ ਨਾ ਦੇਖ ਪਾ ਰਹੀ ਹੋਈਏ, ਪਰ ਅਸੀਂ ਜਾਣਦੇ ਹਾਂ ਕਿ BJP ਜਦੋਂ ਤੋਂ ਇਲੈਕਸ਼ਨ ਮੋਡ ਦੇ ਵਿੱਚ ਆਈ ਆ, ਚਾਹੇ ਉਹ 14 ਆ, ਚਾਹੇ ਉਸ ਤੋਂ ਪਿਛਲੀਆਂ ਚੋਣਾਂ ਆ, ਚਾਹੇ ਉਸ ਤੋਂ ਪਿਛਲੀਆਂ ਚੋਣਾਂ ਆ, ਇੱਕ ਸਮਾਂ ਸੀ ਜਦੋਂ ਇਹਨਾਂ ਨੂੰ ਬਿਜ਼ਨਸਮੈਨਾਂ ਵਾਲੀ ਪਾਰਟੀ ਸਮਝਿਆ ਜਾਂਦਾ ਸੀ ਕਿਉਂਕਿ ਇਹਨਾਂ ਦਾ ਆਧਾਰ ਵੱਡੇ ਸ਼ਹਿਰਾਂ 'ਚ ਹੁੰਦਾ ਸੀ ਤੇ ਇਹਨਾਂ ਦੇ ਕੋਲ ਫੰਡਸ ਦੀ ਜਿਹੜੀ ਕੋਈ ਕਮੀ ਕਦੇ ਵੀ ਨਹੀਂ ਰਹੀ ਇਸ ਪਾਰਟੀ ਕੋਲ। ਹੁਣ ਜਦੋਂ ਤੋਂ ਇਹਨਾਂ ਨੇ ਇਲੈਕਸ਼ਨ ਦੇ ਵਿੱਚ ਰਾਜਨੀਤੀ ਨੂੰ ਫੰਡਿੰਗ ਜਿਹੜੀ ਆ ਉਹ ਪਰਦੇ ਦੇ ਅੰਦਰ ਲੈ ਜਾਂਦੀ ਆ ਕਿ ਤੁਸੀਂ ਕਿਸੇ ਵੀ ਪਾਰਟੀ ਤੋਂ ਕਿਸੇ ਵੀ ਤਰੀਕੇ ਤੋਂ ਚੰਦਾ ਲੈ ਲਓ ਕਿਸੇ ਵੀ ਕਾਰਪੋਰੇਟ ਤੋਂ ਤੇ ਉਹ ਨਸ਼ਰ ਨਹੀਂ ਹੁੰਦਾ। ਤੇ ਅਸੀਂ ਜਾਣਦੇ ਹਾਂ ਕਿ ਇਹਨਾਂ ਨੂੰ ਹਜ਼ਾਰਾਂ ਕਰੋੜਾਂ ਦੇ ਵਿੱਚ ਜਿਹੜਾ ਚੰਦਾ ਆ ਉਹ ਮਿਲਦਾ ਆ ਤੇ ਜਿਸ ਤਰੀਕੇ ਦਾ ਕਾਰਪੋਰੇਟ ਕਲਚਰ ਇਹ ਲੈ ਕੇ ਆ ਰਹੇ ਨੇ ਭਾਰਤ ਦੇ ਵਿੱਚ, ਉਸ ਤਰੀਕੇ ਦੇ ਨਾਲ ਕਾਰਪੋਰੇਟਸ ਨੂੰ ਇਹਨਾਂ ਨੂੰ ਕੁਝ ਹਜ਼ਾਰਾਂ ਕਰੋੜ ਰੁਪਈਆ ਦੇਣ ਦੇ ਵਿੱਚ ਕੋਈ ਪਰੇਸ਼ਾਨੀ ਨਹੀਂ ਹੈਗੀ ਕਿਉਂਕਿ ਇੱਕ ਵਾਰ ਤੁਸੀਂ 2-4 ਹਜ਼ਾਰ ਕਰੋੜ ਰੁਪਈਆ ਦਿਓ, ਸੱਤਾ ਇਹਨਾਂ ਦੇ ਹੱਥ 'ਚ ਆ ਜਾਏ ਤੇ ਮੁੜ ਕੇ ਤੁਹਾਨੂੰ ਇਹਨਾਂ ਨੇ ਕੋਈ ਨਾ ਕੋਈ ਵੱਡੀ ਚੀਜ਼ ਦੇ ਹੀ ਦੇਣੀ ਆ। ਕਿ ਕੈਪਟਨ ਸਾਹਿਬ ਨੂੰ ਵੀ ਨਹੀਂ, ਕੈਪਟਨ ਸਾਹਿਬ ਤੋਂ ਮੈਂ ਉਹ ਦੂਸਰੇ ਤਰੀਕੇ ਦੀ ਗੱਲ ਸੀ। ਉੱਥੇ ਵਜ੍ਹਾ ਇਹ ਆ ਕਿ ਕੈਪਟਨ ਸਾਹਿਬ ਵੀ ਜਦੋਂ ਰਾਜਨੀਤੀ ਦੇ ਵਿੱਚ ਲੜਨਗੇ ਤੇ BJP ਉਹਨਾਂ ਨੂੰ ਵਰਤੇਗੀ, ਇਕੱਠੇ ਹੋਣਗੇ, ਕਿਵੇਂ ਦੀਆਂ ਚੋਣ ਸੀਟ ਐਡਜਸਟਮੈਂਟ ਹੁੰਦੀ ਆ, ਉਹ ਕੀ ਹੁੰਦਾ ਆ ਕੀ ਨਹੀਂ ਹੁੰਦਾ, ਉਹ ਇੱਕ ਵੱਖਰੀ ਗੱਲ ਆ। ਪਰ ਜੇਕਰ BJP ਦੇ ਨਾਲ ਕੈਪਟਨ ਸਾਹਿਬ ਦੇ ਹੱਥ ਜੁੜੇ ਰਹਿੰਦੇ ਆ ਤੇ ਉਹ ਇਸ ਚੋਣਾਂ ਦੇ ਵਿੱਚ ਵੋਟਾਂ ਕਿੰਨੀਆਂ ਲਿਆਉਣ ਇਹ ਵੱਖਰੀ ਗੱਲ ਆ, ਪਰ ਇੱਕ ਵਾਰ ਸਾਰਿਆਂ ਨੂੰ ਪਸੀਨਾ ਜਿਹੜਾ ਆ ਉਹ ਜ਼ਰੂਰ ਲਿਆ ਦੇਣਗੇ ਕਿਉਂਕਿ ਉਹਨਾਂ ਕੋਲ ਤਜਰਬਾ ਵੀ ਹੈ, ਲੋਕ ਵੀ ਹਨ ਜਾਂ ਨਹੀਂ ਹਨ। ਮੈਂ ਉਹਨਾਂ ਦੇ ਅੱਜ ਦੇ ਬਿਆਨ ਦੀ ਗੱਲ ਨਹੀਂ ਕਰਦਾ। ਦੇਖੋ, ਹਰ ਵਿਧਾਨ ਸਭਾ ਸੀਟ ਦੇ ਉੱਤੇ ਕਈ ਚਿਹਰੇ ਨੇ। ਬਿਲਕੁਲ, ਅਕਾਲੀਆਂ ਵੱਲੋਂ ਵੀ ਕਈ ਲੋਕ ਨੇ। ਅਕਾਲੀਆਂ ਨੇ ਹਾਲਾਂਕਿ ਇਸ ਮਸਲੇ ਨੂੰ ਹੱਲ ਕਰ ਲਿਆ, ਬਹੁਤੀਆਂ ਸੀਟਾਂ ਉਹਨਾਂ ਨੇ ਐਲਾਨ ਕਰ ਦਿੱਤੀਆਂ ਹੋਈਆਂ ਨੇ, ਪਰ ਫਿਰ ਵੀ ਅੰਦਰ ਖਾਤੇ ਕੁਝ ਲੋਕ ਅਜਿਹੇ ਹੋਣਗੇ ਜਿਹੜੇ ਚਾਹਣਗੇ ਕਿ ਆਪਾਂ ਇੱਧਰ ਨਾ ਜਾਈਏ ਜਾਂ ਸਾਨੂੰ ਜੇ ਸੀਟ ਮਿਲਦੀ ਹੈ ਤਾਂ ਠੀਕ ਹੈ। ਬਹੁਤ ਸਾਰੇ ਨਵੇਂ ਚਿਹਰੇ ਚੋਣਾਂ ਲੜਨ ਦੇ ਇੱਛੁਕ ਹੋਣਗੇ, ਬਹੁਤ ਸਾਰੇ ਚਿਹਰੇ ਇਨਵੈਸਟਮੈਂਟ ਜਿਹੜੀ ਆ ਰਾਜਨੀਤੀ ਦੇ ਵਿੱਚ ਕਰਨੀ ਚਾਹੁੰਦੇ ਨੇ। ਉਹ ਸਮਝਦੇ ਨੇ ਇਸ ਗੱਲ ਨੂੰ ਕਿ ਜੇ ਇਸ ਵਾਰ ਅਸੀਂ ਚੋਣ ਲੜਦੇ ਹਾਂ, ਸਾਡੀ ਜਿਹੜੀ ਆ ਇੱਕ ਪ੍ਰੈਕਟਿਸ ਹੋ ਜਾਏਗੀ, ਕੁਝ ਹਜ਼ਾਰ ਵੋਟਾਂ ਅਸੀਂ ਲੈ ਕੇ ਆਉਂਦੇ ਹਾਂ ਤੇ ਅਗਲੀ ਵਾਰ ਲਈ ਕੋਈ ਸਾਨੂੰ ਹੋਰ ਪਾਰਟੀ ਵੀ ਚੁਣ ਸਕਦੀ ਆ। ਤੇ ਜਦੋਂ ਕਰੋੜਾਂ ਤੱਕ ਰੁਪਈਏ ਖਰਚਣ ਦੀ ਗੱਲ ਆ ਤੇ ਉਹ ਜਿਹੜੇ ਪੈਸੇ ਨੇ ਉਹ BJP ਲਈ ਖਰਚਣੇ ਸੌਖੇ ਨੇ। ਤੇ ਇਸ ਨਜ਼ਰੀਏ ਤੋਂ ਕੈਪਟਨ ਸਾਹਿਬ ਦੀ ਜਿਹੜੀ ਗੱਲਬਾਤ ਆ ਉਹਦੇ 'ਚ ਕੁਛ ਨਾ ਕੁਛ ਤੇ ਜ਼ਰੂਰ ਸਾਹਮਣੇ ਆਵੇਗਾ। ਦੂਸਰੀ ਗੱਲ ਇਹ ਵੀ ਆ ਕਿ ਕਈ ਧਿਰਾਂ ਹੋਰ ਵੀ ਸਕੈਟਰ ਹੋਈਆਂ ਨੇ, ਜੇ ਸਾਰੀਆਂ ਇਕੱਠੀਆਂ ਹੁੰਦੀਆਂ ਨੇ ਤੇ ਤੀਜਾ ਧਿਰ, ਆਮ ਆਦਮੀ ਪਾਰਟੀ ਨੂੰ ਅਸੀਂ ਤੀਜੀ ਧਿਰ ਦੇਖਦੇ ਸੀ, ਉਹ ਦੂਜੀ ਬਣ ਗਈ ਸੀ ਪਿਛਲੀ ਵਾਰ, ਤੇ ਜੇ ਇਹ ਤੀਸਰੀ ਆ ਕੇ ਵੀ, ਚੌਥੀ ਆ ਕੇ ਵੀ ਕੋਈ ਤੀਸਰੀ ਬਣ ਜਾਏ ਤਾਂ ਕੋਈ ਵੱਡੀ ਗੱਲ ਨਹੀਂ ਹੈਗੀ, ਕੁਝ ਵੀ ਹੋ ਸਕਦਾ, ਰਾਜਨੀਤੀ ਆ। ਜੀ ਸ਼ਰਮਾ ਜੀ, ਲੱਗਦਾ ਕੈਪਟਨ ਸਾਹਿਬ ਜਿਹੜੀ ਆਪਣੀ ਗੱਡੀ ਆ ਉਹਨੂੰ ਟਰੈਕ ਤੇ ਲਿਆਉਣ ਦੀ ਪੂਰੀ ਕੋਸ਼ਿਸ਼ ਕਰ ਰਹੇ ਨੇ। ਤੇ ਜੇ ਆਪਾਂ ਰੇਲ ਗੱਡੀ ਦੀ ਹੀ ਗੱਲ ਕਰੀਏ ਤਾਂ ਰਮਾਇਣ ਐਕਸਪ੍ਰੈਸ, ਜਿਹਦੇ ਤੇ ਕਾਫੀ ਵਿਵਾਦ ਉੱਠ ਗਿਆ ਸੀ ਕਿਉਂਕਿ ਉਹਦੇ ਵਿੱਚ ਜਿੰਨੀ ਵੀ ਸਟਾਫ ਸੀ ਉਹਨੂੰ ਭਗਵਾਂ ਕੱਪੜੇ ਪਵਾ ਦਿੱਤੇ ਗਏ ਸਨ। ਇਸ ਚੀਜ਼ ਨੂੰ ਲੈ ਕੇ ਕਾਫੀ ਮੁੱਦਾ ਭਖਿਆ, ਕੀ ਕਹਿਣਾ ਚਾਹੋਗੇ? ਦੇਖੋ, ਜਦੋਂ ਅਸੀਂ ਇਸ ਐਕਸਪ੍ਰੈਸ ਟ੍ਰੇਨ ਦੀ ਗੱਲ ਕਰਦੇ ਹਾਂ ਤੇ ਉਹਨੂੰ ਅਸੀਂ ਰਾਮਾਇਣ ਐਕਸਪ੍ਰੈਸ ਸ਼ੁਰੂ ਨਾਮ ਦੇ ਕੇ ਇੱਕ ਟ੍ਰੇਨ ਸ਼ੁਰੂ ਕੀਤੀ ਸੀ ਜਿਹੜੀ ਕਿ ਉਸ ਕੋਰੀਡੋਰ ਦੇ ਵਿੱਚ ਸਾਰੇ ਤੀਰਥ ਸਥਾਨਾਂ ਤੇ ਜਾਣੀ ਸੀ ਜਿੱਥੇ ਰਾਮਾਇਣ ਦੇ ਨਾਲ ਜੁੜਾਵ ਆ ਜਿਨ੍ਹਾਂ ਸ਼ਹਿਰਾਂ ਦਾ, ਚਾਹੇ ਉਹ ਅਯੁੱਧਿਆ ਆ, ਪ੍ਰਯਾਗਰਾਜ ਆ, ਸੀਤਾਮੜੀ ਆ, ਚਿੱਤਰਕੂਟ ਹੈ, ਨਾਸਿਕ ਹੈ, ਹੰਪੀ ਹੈ, ਰਾਮੇਸ਼ਵਰਮ ਹੈ। ਇਹਨਾਂ ਸਾਰੇ ਸ਼ਹਿਰਾਂ ਨੂੰ ਉਹਨਾਂ ਨੇ ਦਿਖਾਉਣਾ ਸੀ, ਜਿਹੜੇ ਪਿਲਗ੍ਰਿਮ ਸੀ ਜਿਨ੍ਹਾਂ ਨੇ ਉਸ ਟ੍ਰੇਨ ਦੇ ਵਿੱਚ ਯਾਤਰਾ ਕਰਨੀ ਸੀ। ਬਹੁਤ ਖੂਬਸੂਰਤ ਟ੍ਰੇਨ ਬਣਾਈ ਹੋਈ ਆ, ਉਹਦਾ ਮਾਹੌਲ ਵੀ ਸਾਰਾ ਉੱਦਾਂ ਦਾ ਬਣਾਇਆ ਹੋਇਆ ਸੀ। ਪਰ ਉਹ ਮਾਹੌਲ ਬਣਾਉਂਦਿਆਂ ਉਹ ਜਿਹੜੇ ਵੀ ਉਹਦੇ ਆਯੋਜਕ ਹੋਣਗੇ IRCTC ਦੇ ਵਿੱਚ, ਇੰਡੀਅਨ ਰੇਲਵੇ ਦੇ ਵਿੱਚ, ਜਿਨ੍ਹਾਂ ਨੇ ਵੀ ਇਹ ਸਾਰਾ ਪਲਾਨ ਬਣਾਇਆ, ਉਹਨਾਂ ਨੇ ਕਰਦਿਆਂ ਇੱਦਾਂ ਕਰ ਦਿੱਤਾ ਕਿ ਜਿਹੜੇ ਉਹਦੇ ਵਿੱਚ ਸਰਵਿਸ ਦੇਣ ਵਾਲੇ ਲੋਕ ਸੀ, ਜਿਨ੍ਹਾਂ ਨੇ ਤੁਹਾਨੂੰ ਖਾਣਾ ਪਾਣੀ ਸਰਵ ਕਰਨਾ ਸੀ, ਉਹਨਾਂ ਨੂੰ ਕੱਪੜੇ ਵੀ ਸਾਧੂਆਂ ਵਾਲੇ ਪਹਿਨਾ ਦਿੱਤੇ
ਤੇ ਉਹਨਾਂ ਨੂੰ ਰੁਦਰਾਕਸ਼ ਦੀਆਂ ਮਾਲਾ ਵੀ ਪਵਾ ਦਿੱਤੀਆਂ। ਜੀ। ਰੁਦਰਾਕਸ਼ ਅਸੀਂ ਜਾਣਦੇ ਹਾਂ ਕਿ ਬਹੁਤ ਇੱਕ ਰੁਦਰਾਕਸ਼ ਦੇ ਦਰਖਤ ਦਾ ਬੀਜ ਹੈ, ਜਿਹਨੂੰ ਹਿੰਦੂ ਧਰਮ ਦੇ ਲੋਕ ਬਹੁਤ ਪਵਿੱਤਰ ਮੰਨਦੇ ਆ। ਰੁਦਰਾਕਸ਼, ਰੁਦਰ ਭਗਵਾਨ ਸ਼ਿਵ ਨੂੰ ਕਹਿੰਦੇ ਆ ਤੇ ਉਹਦੀ ਅੱਖ ਦਾ ਹੰਝੂ ਕਹਿੰਦੇ ਆ ਕਿ ਉਹਦੇ ਤੋਂ ਬਣਿਆ ਹੋਇਆ ਇਹ ਬੀਜ ਆ। ਉਹਨੂੰ ਉਹਨਾਂ ਦੇ ਗਲਾਂ ਦੇ ਵਿੱਚ ਪਵਾ ਦਿੱਤਾ ਤੇ ਉਹ ਫਿਰ ਜਿਹੜੇ ਸਾਧੂ ਸੀ, ਜਦੋਂ ਉਹਨਾਂ ਨੇ ਦੇਖਿਆ ਕਿ ਇਹ ਸਰਵਿਸ ਕਲਾਸ ਦੇ ਲੋਕਾਂ ਨੇ ਵੀ ਸਾਡੇ ਵਾਲੇ ਕੱਪੜੇ ਪਾਏ ਨੇ, ਤੇ ਇੱਕ ਵਿਵਾਦ ਬਣ ਗਿਆ। ਕਿਉਂਕਿ ਇੱਥੇ ਪਤਾ ਨਹੀਂ ਲੱਗਦਾ ਕਿ ਕਦੋਂ ਕਿਹੜੀ ਗੱਲ ਨੇ ਵਿਵਾਦ ਬਣ ਜਾਣਾ। ਬਿਲਕੁਲ ਕੋਈ ਵੱਡੀ ਗੱਲ ਨਹੀਂ ਹੈਗੀ, ਕਿਉਂਕਿ ਸਰਵਿਸ ਕਲਾਸ ਦੇ ਲੋਕ ਵੀ ਤੇ ਲੋਕ ਨੇ। ਜੇਕਰ ਉਹ ਹਿੰਦੂ ਧਰਮ ਦੇ ਧਾਰਨੀ ਨੇ, ਜੇ ਉਹਨਾਂ ਨੇ ਰੁਦਰਾਕਸ਼ ਪਾ ਲਿਆ ਜਾਂ ਉਹਨਾਂ ਨੇ ਉਸ ਕਿਸ ਖਾਸ ਤਰੀਕੇ ਦੇ ਖਾਸ ਰੰਗ ਦੇ ਕੱਪੜੇ ਪਾ ਲਏ, ਤੇ ਕੋਈ ਵੱਡੀ ਗੱਲ ਨਹੀਂ ਹੈਗੀ। ਪਰ ਇਸ ਵਿਵਾਦ ਨੂੰ IRCT ਨੇ, ਰੇਲਵੇ ਦੀ ਜਿਹੜੀ ਬੋਡੀ ਹੈਗੀ ਆ, ਉਹਨੇ ਸੰਭਾਲ ਲਿਆ ਤੇ ਉਹਨਾਂ ਦੀ ਜਿਹੜੀ ਡਰੈਸ ਆ ਉਹ ਚੇਂਜ ਕਰ ਦਿੱਤੀ। ਪਰ ਇਹ ਗੱਲ ਫਿਰ ਸਰਕਾਰ ਵਾਲੇ ਪਾਸੇ ਨੂੰ ਜਾਂਦੀ ਆ ਕਿ ਕਿਉਂ ਹਰ ਚੀਜ਼ ਨੂੰ ਇਹ ਧਰਮ ਨਾਲ ਜੋੜਦੇ ਨੇ। ਚਲੋ ਅੱਜ ਮੇਰਾ ਮਨ ਸੀਗਾ ਕਿ ਇਸ ਗੱਲ ਨੂੰ ਆਪਾਂ ਦੂਜੇ ਪਾਸੇ ਨਾਲ ਲੈ ਕੇ ਚੱਲੀਏ। ਭਾਰਤ ਦੇ ਵਿੱਚ ਜਿੰਨੀਆਂ ਵਿਵਿਧਤਾਵਾਂ ਨੇ, ਜਿੰਨੀਆਂ ਵਿਭਿੰਨਤਾਵਾਂ ਨੇ, ਜਿੰਨੇ ਸੂਬੇ ਨੇ, ਜਿੰਨੀਆਂ ਭਾਸ਼ਾਵਾਂ ਨੇ, ਜਿੰਨੇ ਕਲਚਰ ਨੇ, ਇਹਨਾਂ ਲਈ ਟੂਰਿਜ਼ਮ ਜਿਹੜਾ ਆ ਉਹ ਬਹੁਤ ਹੀ ਚੰਗੀ ਗੱਲ ਹੈ। ਜੇਕਰ ਟੂਰਿਜ਼ਮ ਦੇ ਉੱਤੇ ਹਿੰਦੁਸਤਾਨ ਦੀ ਸਰਕਾਰ ਇੱਕ ਚੰਗਾ ਕੰਮ ਕਰਦੀ ਆ ਤੇ ਇੱਥੋਂ ਬਹੁਤ ਸਾਰਾ ਰੈਵਨਿਊ ਜਿਹੜਾ ਕਮਾਇਆ ਜਾ ਸਕਦਾ, ਬਹੁਤ ਸਾਰੇ ਲੋਕਾਂ ਨੂੰ ਰੁਜ਼ਗਾਰ ਮਿਲ ਸਕਦਾ ਤੇ ਸਾਡੀ ਇਕਨੋਮੀ ਦੇ ਵਿੱਚ ਬਹੁਤ ਵੱਡਾ ਜਿਹੜਾ ਆ ਉਹ ਬੂਸਟ ਆ ਸਕਦਾ। ਇਸੇ ਤਰੀਕੇ ਦੇ ਨਾਲ ਉਹਨਾਂ ਨੇ ਹੁਣ ਇੱਕ ਗੁਰੂ ਕਿਰਪਾ ਐਕਸਪ੍ਰੈਸ ਵੀ ਸ਼ੁਰੂ ਕਰਨ ਦੀ ਗੱਲ ਕੀਤੀ ਹੈ, ਜਿਹੜੇ ਸਿੱਖ ਇਤਿਹਾਸ ਨਾਲ ਜੁੜੀਆਂ ਹੋਈਆਂ ਯਾਤਰਾਵਾਂ ਕਰਵਾਉਣਗੇ। ਤੇ ਪੰਜਾਬ ਦੇ ਵਿੱਚ ਜਾਂ ਭਾਰਤ ਦੇ ਵਿੱਚ ਬਹੁਤ ਤਰ੍ਹਾਂ ਦੇ ਟੂਰਿਜ਼ਮ ਜਿਹੜੇ ਨੇ ਉਹ ਅਵੇਲੇਬਲ ਨੇ। ਇੱਥੇ ਧਾਰਮਿਕ ਟੂਰਿਜ਼ਮ ਬਹੁਤ ਆ, ਇੱਥੇ ਮੈਡੀਕਲ ਟੂਰਿਜ਼ਮ ਬਹੁਤ ਆ, ਤੇ ਅਸਲ ਵਾਲਾ ਟੂਰਿਜ਼ਮ ਬਹੁਤ ਆ, ਨੈਚੁਰਲ ਟੂਰਿਜ਼ਮ ਬਹੁਤ ਆ, ਵਾਈਲਡ ਲਾਈਫ ਟੂਰਿਜ਼ਮ ਬਹੁਤ ਆ। ਤੇ ਸਮੇਂ-ਸਮੇਂ ਦੇ ਉੱਤੇ ਇੱਥੇ ਬਹੁਤ ਸਾਰੇ ਮੌਸਮ, ਬਹੁਤ ਸਾਰੇ ਰੰਗ ਜਿਹੜੇ ਨੇ ਸਾਡੇ ਦੇਸ਼ ਵਿੱਚ ਖਿਲਰੇ ਪਏ ਨੇ। ਲੋੜ ਹੈ ਟੂਰਿਜ਼ਮ ਦੇ ਉੱਤੇ ਬਹੁਤ ਚੰਗਾ ਕੰਮ ਕਰਨ ਦੀ। ਬਹੁਤ ਸਾਰੀਆਂ ਸੰਭਾਵਨਾਵਾਂ ਨੇ ਭਾਰਤ ਟੂਰਿਜ਼ਮ ਦੇ ਵਿੱਚ, ਪਰ ਲੋੜ ਇਹ ਵੀ ਆ ਕਿ ਸਫਾਈ ਤੇ ਆਉਣ ਵਾਲੇ ਲੋਕਾਂ ਦਾ ਰੱਖ ਰਖਾਵ, ਖਿਆਲ ਉਹਨਾਂ ਸਾਰੀਆਂ ਚੀਜ਼ਾਂ ਦਾ, ਤੇ ਇਹੋ ਜਿਹੇ ਕੰਮ ਜਿਹੜੇ ਕਿਸੇ ਦੀਆਂ ਭਾਵਨਾਵਾਂ ਨੂੰ ਪ੍ਰਭਾਵਿਤ ਕਰਨ, ਉਹਨਾਂ ਚੀਜ਼ਾਂ ਸਾਰੀਆਂ ਤੋਂ ਜਿਹੜੀ ਆ ਉਹ ਬਚਣ ਦੀ ਲੋੜ ਹੈ। ਜੀ ਸ਼ਰਮਾ ਜੀ, ਜੇ ਹੁਣ ਅਸੀਂ ਗੱਲ ਕਰ ਲਈਏ ਘਰੇਲੂ ਨੌਕਰਾਂ ਦੀ, ਜਾਂ ਇਹ ਕਹਿ ਲਈਏ ਕਿ ਜਿਹੜੇ ਸਾਨੂੰ ਘਰਾਂ ਦੇ ਵਿੱਚ ਸਰਵਿਸ ਦਿੰਦੇ ਨੇ, ਉਹਨਾਂ ਦੇ ਉੱਪਰ ਇੱਕ ਸਰਵੇ ਹੋਣਾ ਹੁਣ ਸ਼ੁਰੂ ਹੋ ਗਿਆ ਹੈ। ਹਾਲਾਂਕਿ ਸਰਵੇ ਤਾਂ ਸਾਡੇ ਕਦੀ ਕਿਸੇ ਨਾ ਕਦੀ ਕਿਸੇ ਮੁੱਦੇ ਨੂੰ ਲੈ ਕੇ ਹੁੰਦੇ ਹੀ ਰਹਿੰਦੇ ਨੇ, ਪਰ ਇਹ ਇੱਕ ਵੱਖਰੀ ਤਰ੍ਹਾਂ ਦਾ ਸਰਵੇ ਹੈ ਜਿਹੜਾ ਸ਼ੁਰੂ ਕੀਤਾ ਜਾ ਰਿਹਾ ਹੈ। ਕੀ ਕਹਿਣਾ ਚਾਹੋਗੇ? ਬਿਲਕੁਲ ਤੁਹਾਡੀ ਗੱਲ ਠੀਕ ਹੈ ਜੀ, ਕਿ ਦੇਸ਼ ਭਰ ਦੇ ਵਿੱਚ ਘਰੇਲੂ ਨੌਕਰਾਂ ਦੀ ਗਿਣਤੀ ਨੂੰ ਲੈ ਕੇ, ਉਹਨਾਂ ਦੇ ਕੰਮ ਦੀਆਂ ਸਥਿਤੀਆਂ ਨੂੰ ਲੈ ਕੇ, ਉਹਨਾਂ ਦੇ ਸਕਿੱਲ ਨੂੰ ਲੈ ਕੇ, ਉਹਨਾਂ ਦੀ ਏਜ ਨੂੰ ਲੈ ਕੇ, ਜਾਂ ਹੋਰ ਬਹੁਤ ਸਾਰੇ ਕ੍ਰਾਈਟੇਰੀਆ ਜਿਹੜੇ ਲੈ ਕੇ ਇੱਕ ਕੁਐਸਚਨੇਅਰ ਬਣਾਇਆ ਗਿਆ। ਉਹਦੀ ਸ਼ੁਰੂਆਤ ਕੀਤੀ ਆ ਮੰਤਰੀ ਸਾਹਿਬ ਨੇ, ਭੁਪਿੰਦਰ ਯਾਦਵ, ਕਿਰਤ ਤੇ ਰੁਜ਼ਗਾਰ ਵਸੀਲਿਆਂ ਬਾਰੇ ਮੰਤਰੀ ਨੇ, ਉਹਨਾਂ ਨੇ ਇਹਦੀ ਸ਼ੁਰੂਆਤ ਕੀਤੀ ਆ। 1 ਸਾਲ ਦੇ ਅੰਦਰ ਅੰਦਰ ਇਸ ਸਰਵੇ ਨੂੰ ਪੂਰਾ ਕਰਨ ਦੀ ਗੱਲ ਕੀਤੀ ਆ। ਜਦੋਂ ਅਸੀਂ ਲੇਬਰਰਸ ਦੀ ਗੱਲ ਕਰਦੇ ਹਾਂ ਤੇ ਭਾਰਤ ਦੇ ਵਿੱਚ ਖੇਤੀਬਾੜੀ ਦੇ ਵਿੱਚ ਜੁੜੇ ਹੋਏ ਕਿਰਤੀ, ਉਸ ਤੋਂ ਬਾਅਦ ਨੇ ਜਿਹੜੇ ਮਕਾਨ ਨਿਰਮਾਣ ਜਾਂ ਕਿਸੇ ਵੀ ਤਰ੍ਹਾਂ ਦੀ ਕੰਸਟਰਕਸ਼ਨ ਦੇ ਵਿੱਚ ਜੁੜੇ ਹੋਏ ਲੋਕ, ਲੇਬਰਰ, ਤੇ ਤੀਸਰੀ ਸਭ ਤੋਂ ਵੱਡੀ ਜਿਹੜੀ ਗਿਣਤੀ ਆ ਉਹ ਘਰਾਂ ਦੇ ਵਿੱਚ ਕੰਮ ਕਰਨ ਵਾਲੇ ਕਿਰਤੀਆਂ ਦੀ ਜਿਹੜੀ ਆ ਉਹ ਆਉਂਦੀ ਆ। ਤੇ ਅਸੀਂ ਦੇਖਿਆ ਸੀਗਾ ਪਿਛਲੇ ਸਮੇਂ ਦੇ ਦੌਰਾਨ, ਜਦੋਂ ਕੋਵਿਡ ਦਾ ਦੌਰ ਸੀ, ਤੇ ਭਾਰਤ ਸਰਕਾਰ ਕੋਲ ਕੋਈ ਅੰਕੜੇ ਨਹੀਂ ਸੀ ਜਿਹਦੇ ਨਾਲ ਉਹ ਦੱਸ ਸਕਣ ਕਿ ਬਿਹਾਰ ਦੇ ਕਿੰਨੇ ਲੋਕ ਪੰਜਾਬ 'ਚ ਨੇ, ਜਾਂ ਪੰਜਾਬ ਦੇ ਕਿੰਨੇ ਲੋਕ ਯੂਪੀ 'ਚ ਨੇ, ਜਾਂ ਯੂਪੀ ਦੇ ਕਿੰਨੇ ਲੋਕ ਬੰਗਲੌਰ 'ਚ ਨੇ, ਜਾਂ ਆਂਧਰਾ ਦੇ ਕਿੰਨੇ ਲੋਕ ਅਸਾਮ 'ਚ ਨੇ। ਡੇਟਾ ਦੇ ਮਾਮਲੇ ਦੇ ਵਿੱਚ ਸਾਡੀਆਂ ਸਰਕਾਰਾਂ ਬਹੁਤ ਕੱਚੀਆਂ ਨੇ। ਆਧਾਰ ਕਾਰਡ ਇਸ ਮਾਮਲੇ ਦੇ ਵਿੱਚ ਬਹੁਤ ਹੀ ਵਧੀਆ ਤੇ ਬਹੁਤ ਹੀ ਤਸੱਲੀਯੋਗ ਕੰਮ ਜਿਹੜਾ ਹੈ ਉਹ ਕਰ ਰਿਹਾ। ਪਰ ਫਿਰ ਅਸੀਂ ਹੁਣੇ ਇਹ ਸਿਫਤ ਕਰਦੇ ਹਟੇ ਹਾਂ, ਇੱਥੇ ਵਿਭਿੰਨਤਾਵਾਂ ਬਹੁਤ ਨੇ, ਡਾਈਵਰਸਿਟੀਜ਼ ਜਿਹੜੀਆਂ ਉਹ ਬਹੁਤ ਨੇ, ਤੇ ਯੂਨਿਟੀ ਵੀ ਬਹੁਤ ਆ, ਪਰ ਡੇਟਾ ਦੇ ਮਾਮਲੇ ਨੂੰ ਲੈ ਕੇ ਸਾਡੇ ਕੋਲ ਬਹੁਤ ਸਾਰੀਆਂ ਚੀਜ਼ਾਂ ਦੀ ਹਾਲੇ ਕਮੀ ਆ। ਚਾਹੇ ਉਹ ਕਿਸਾਨਾਂ ਦਾ ਡੇਟਾ ਹੋਵੇ, ਇਹ ਭਾਰਤ ਸਰਕਾਰ ਜਿਹੜੀ ਕਿਸਾਨ ਨਿਧੀ ਯੋਜਨਾ ਦੇ ਵਿੱਚ ਪੈਸੇ ਪਾਉਂਦੀ ਆ, 1 ਮਹੀਨੇ ਉਹ ਪੈਸੇ ਕੁਛ ਹੋਰ ਅਮਾਊਂਟ, ਕੁਛ ਹੋਰ ਨੰਬਰ ਆਫ ਕਿਸਾਨਾਂ ਦੇ ਖਾਤੇ 'ਚ ਪਾਏ ਜਾਂਦੇ ਨੇ, ਤੇ 3 ਮਹੀਨੇ ਬਾਅਦ ਜਦੋਂ ਦੂਜੀ ਵਾਰ ਪਾਉਂਦੇ ਨੇ, ਉਦੋਂ ਉਹ ਜਿਹੜੇ ਆંકੜੇ ਨੇ ਉਹਦੇ 'ਚ ਗੜਬੜ ਹੋ ਜਾਂਦੀ ਆ। ਉਹਦੀ ਮੂਲ ਵਜ੍ਹਾ ਜਿਹੜੀ ਆ ਉਹ ਡੇਟਾ ਦੇ ਉੱਤੇ ਸਹੀ ਕੰਮ ਦਾ ਨਾ ਹੋਣਾ ਹੀ ਹੈ। ਹੁਣ ਜੇ ਇਹੋ ਜਿਹਾ ਸਰਵੇ ਸਾਹਮਣੇ ਆ ਰਹੇ ਨੇ, ਹੋਣ ਲੱਗੇ ਨੇ, ਤੇ ਇੱਕ ਚੰਗੀ ਗੱਲ ਆ। ਅਸੀਂ ਅਕਸਰ ਪਿੰਡਾਂ ਦੇ ਵਿੱਚ ਇੱਕ ਇਹੋ ਜਿਹੀ ਅਨਾਉਂਸਮੈਂਟ ਸੁਣਦੇ ਰਹਿੰਦੇ ਹਾਂ, ਜਦੋਂ ਵੀ ਕਿਤੇ ਕੁਝ ਮਾਹੌਲ ਦੇ ਵਿੱਚ ਕੁਝ ਖਰਾਬੀ ਆਵੇ, ਤੇ ਥਾਣਾ ਮੁਖੀ ਜਿਹੜੇ ਨੇ ਉਹ ਪਿੰਡਾਂ ਵਿੱਚ ਆ ਕੇ ਸਭ ਤੋਂ ਪਹਿਲਾਂ ਨਾਨ ਮਾਈਗਰੈਂਟ, ਜਿਹੜੇ ਮਾਈਗਰੈਂਟ ਲੇਬਰਸ ਨੇ, ਦੂਜੇ ਸੂਬਿਆਂ ਤੋਂ ਆਏ ਹੋਏ ਲੇਬਰਸ ਦੀ ਜਾਣਕਾਰੀ ਹੀ ਮੰਗਦੇ ਨੇ। ਘਰਾਂ ਦੇ ਵਿੱਚ ਬੈਠੇ ਹੋਏ ਕੰਮ ਕਰਦੇ ਹੋਏ ਲੋਕਾਂ ਦੀ ਜਾਣਕਾਰੀ ਵੀ ਬਹੁਤ ਵਾਰ ਮੰਗੀ ਜਾਂਦੀ ਹੈ,
ਪਰ ਅਸੀਂ ਬਹੁਤ ਵਾਰ ਅਵੇਸਲੇ ਹੋ ਜਾਂਦੇ ਹਾਂ। ਕਈ ਵਾਰ ਇਹੋ ਜਿਹੀਆਂ ਘਟਨਾਵਾਂ ਘਟਦੀਆਂ ਨੇ ਜਿਨ੍ਹਾਂ ਤੋਂ ਫਿਰ ਲੱਗਦਾ ਹੈ ਕਿ ਜਿਹੜੇ ਘਰੇਲੂ ਨੌਕਰ ਆ ਉਹ ਕੋਈ ਇਹੋ ਜਿਹੀ ਕਿਸੇ ਘਟਨਾ ਨੂੰ ਅੰਜਾਮ ਦੇ ਕੇ ਚਲੇ ਗਏ, ਚਾਹੇ ਚੋਰੀ ਦੀ ਘਟਨਾ ਹੋ ਗਈ, ਚਾਹੇ ਉਹ ਕਿਸੇ ਲੁੱਟ-ਪਾਟ ਦੀ ਹੋ ਗਈ, ਚਾਹੇ ਉਹ ਘਰੇਲੂ ਜਿਹੜੇ ਮਾਲਕ ਸੀ ਉਹਨਾਂ ਨੂੰ ਮਾਰਨ ਤੱਕ ਦੀਆਂ ਘਟਨਾਵਾਂ ਵੀ ਅਸੀਂ ਸੁਣਦੇ ਹਾਂ। ਇਹਨਾਂ ਸਾਰੀਆਂ ਚੀਜ਼ਾਂ ਨੂੰ ਦੇਖ ਕੇ ਲੱਗਦਾ ਕਿ ਭਾਰਤ ਹਾਲਾਂਕਿ ਬਹੁਤ ਵੱਡਾ ਮੁਲਕ ਆ, ਪਰ ਜੇਕਰ ਅਸੀਂ ਹਰ ਚੀਜ਼ ਦਾ ਇੱਕ ਪ੍ਰੋਪਰ ਡੇਟਾਬੇਸ ਬਣਾਇਆ ਹੋਵੇ ਤੇ ਫਿਰ ਜਿਹੜੇ ਆ ਉਹਦੇ ਤੇ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਆ, ਬਹੁਤ ਸਾਰੀਆਂ ਸਕੀਮਾਂ ਜਿਹੜੀਆਂ ਆ ਉਹ ਬਣਾਈਆਂ ਜਾ ਸਕਦੀਆਂ ਤੇ ਲਾਗੂ ਕੀਤੀਆਂ ਜਾ ਸਕਦੀਆਂ। ਜਿੱਦਾਂ ਬੀਤੇ ਦੇ ਵਿੱਚ ਇਸੇ ਸਰਕਾਰ ਨੇ ਸਕਿੱਲ ਟ੍ਰੇਨਿੰਗ ਦਾ ਇੱਕ ਡਿਪਾਰਟਮੈਂਟ ਹੀ ਵੱਖਰਾ ਬਣਾਤਾ, ਇੱਕ ਮੰਤਰਾਲਿਆ ਵੱਖਰਾ ਬਣਾਤਾ, ਤੇ ਉਹ ਸਕਿੱਲ ਜਿਹੜੀ ਆ ਉਹ ਵੱਖਰੇ ਵੱਖਰੇ ਕੰਮ ਦੇ ਵਿੱਚ ਲੋਕਾਂ ਨੂੰ ਦਿੱਤੀ ਜਾ ਸਕਦੀ ਹੈ। ਜੇਕਰ ਘਰ ਦਾ ਕੰਮ ਕਰਨ ਦੀ ਵੀ ਗੱਲ ਹੈ, ਜੇਕਰ ਡੇਟਾਬੇਸ ਬਣਿਆ ਹੋਵੇ, ਉਸ ਬੰਦੇ ਦੀ ਇੱਕ ਇੰਸ਼ੋਰੈਂਸ ਸੈਕਟਰ ਨਾਲ ਉਹਦਾ ਜੁੜਾਵ ਹੋਵੇ, ਉਹਨੂੰ ਕੁਝ ਮਿਨੀਮਮ ਵੇਜਸ ਤੈਅ ਕੀਤੀਆਂ ਜਾਣ ਕਿ ਜੇ ਉਹਨੇ ਤੁਹਾਡੇ ਘਰ ਦੇ ਵਿੱਚ ਕੋਈ ਕੰਮ ਵੀ ਕਰਨਾ ਹੈ ਤਾਂ ਉਹਨੂੰ ਇੰਨੇ ਕੁ ਪੈਸੇ ਮਿਲਣੇ ਚਾਹੀਦੇ ਆ, ਕੀ ਉਹਦੇ ਲਈ ਸਹੂਲਤਾਂ ਹੋ ਸਕਦੀਆਂ ਹੈ, ਕੀ ਘਰੇਲੂ ਨੌਕਰ ਨੂੰ ਰਹਿਣ ਦੀਆਂ ਕਿਹੋ ਜਿਹੀਆਂ ਫੈਸਿਲਿਟੀਆਂ ਹੋ ਸਕਦੀਆਂ ਨੇ, ਉਹਦੇ ਨਾਲ ਜੁੜੀਆਂ ਹੋਈਆਂ ਹੋਰ ਹਜ਼ਾਰਾਂ ਚੀਜ਼ਾਂ ਨੇ ਜਿਹੜੀਆਂ ਕਿ ਸਾਰੇ ਸਿਸਟਮ ਦੇ ਵਿੱਚ ਆਉਣ ਤੇ ਮੁਲਕ ਲਈ ਕੁਝ ਬਹੁਤ ਚੰਗਾ ਹੋ ਸਕਦਾ। ਬਾਕੀ ਗੱਲ ਇਹ ਆ ਕਿ ਦੇਖਣ ਨੂੰ ਜਾਂ ਕਾਗਜ਼ਾਂ ਦੇ ਵਿੱਚ ਸਕੀਮਾਂ ਬਹੁਤ ਚੰਗੀਆਂ ਲੱਗਦੀਆਂ ਨੇ, ਇਹ ਜਦੋਂ ਪੂਰੀਆਂ ਹੁੰਦੀਆਂ ਨੇ ਇਹਦੇ ਵਿੱਚੋਂ ਕੀ ਨਿਕਲ ਕੇ ਸਾਹਮਣੇ ਆਉਂਦਾ ਆ ਕੀ ਨਹੀਂ, ਇਹ ਵੱਖਰੀ ਗੱਲ ਆ। ਪਰ ਜੇਕਰ ਇਹੋ ਜਿਹੇ ਡੇਟਾਬੇਸ ਜਿਹੜੇ ਆ ਉਹ ਬਣਨਗੇ ਤੇ ਉਹ ਚੰਗੀ ਗੱਲ ਆ। ਪਰ ਹਾਲਾਂਕਿ ਕੋਵਿਡ ਦੇ ਦੌਰਾਨ ਸਰਕਾਰ ਨੇ ਬਹੁਤ ਸਾਰੇ ਡੇਟਾਬੇਸ ਦੇ ਉੱਤੇ ਕੰਮ ਕਰਨਾ ਬੰਦ ਵੀ ਕਰ ਦਿੱਤਾ। ਇਹਨਾਂ ਨੇ ਅਨਐਮਪਲੋਇਮੈਂਟ ਦੇ ਜਿਹੜੇ ਡੇਟੇ ਆ ਉਹ ਡੇਟਾ ਦੇਣਾ ਸੀ ਉਹ ਬੰਦ ਕਰਤਾ, ਤੇ ਪਿੱਛੇ ਜਿਹੇ ਤਾਂ ਖਬਰਾਂ ਮਿਲਦੀਆਂ ਸੀ ਕਿ ਜਿਹੜਾ ਸਰਵੇ ਆਫ ਇੰਡੀਆ ਹੈ ਜਾਂ NSSO ਵਰਗੀਆਂ ਸੰਸਥਾਵਾਂ ਆ ਉਹਦੇ ਵਿੱਚੋਂ ਹੀ ਬਹੁਤ ਸਾਰੀਆਂ ਜਿਹੜੀਆਂ ਪੋਸਟਾਂ ਉਹਨਾਂ ਨੂੰ ਰੀਫਿਲ ਨਹੀਂ ਕੀਤਾ ਜਾ ਰਿਹਾ, ਤੇ ਉਹਦੇ ਤੋਂ ਵੀ ਬਹੁਤ ਸਾਰਾ ਕੰਮ ਜਿਹੜਾ ਹੈ ਉਹ ਘਟਾ ਲਿਆ ਗਿਆ ਹੈ, ਕਿਉਂਕਿ ਸਰਕਾਰ ਦਾ ਜਿਹੜਾ ਨੀਤੀ ਤੇ ਨੀਅਤ ਆ ਉਹ ਬਹੁਤ ਸਾਰੀ ਕਾਰਪੋਰੇਟ ਕਲਚਰ ਨੂੰ ਪ੍ਰਮੋਟ ਕਰਨ ਦੀ ਵੀ ਆ। ਸਰਕਾਰ ਇਹੀ ਚਾਹੁੰਦੀ ਆ ਕਿ ਕੁਝ ਨੰਬਰ ਆਫ ਪਰਸਨਸ ਹੀ ਇਨਵੋਲਵ ਹੋਣ ਹਰ ਕੰਮ ਦੇ ਵਿੱਚ, ਕੁਝ ਖਾਸ ਲੋਕਾਂ ਨੂੰ ਹੀ ਬਹੁਤੇ ਸਾਰੇ ਕੰਮ ਜਿਹੜੇ ਉਹ ਦੇ ਦਿੱਤੇ ਜਾਣ ਤੇ ਉਹਨਾਂ ਤੋਂ ਹੀ ਕੰਮ ਕਰਵਾਇਆ ਜਾਵੇ। ਪਰ ਫਿਰ ਵੀ ਕਿਸਾਨ ਅੰਦੋਲਨ ਦੇ ਬਦਲਾਵ ਨੇ ਜੇਕਰ ਕਿਸਾਨਾਂ ਨੂੰ ਕੁਝ ਰਾਹਤ ਦਿੱਤੀ ਆ, ਤੇ ਇਹੋ ਜਿਹੇ ਜਿਹੜੇ ਸਰਵੇ ਨੇ, ਇਹੋ ਜਿਹੇ ਜਿਹੜੇ ਡੇਟਾਬੇਸ ਨੇ, ਜੇ ਉਹਨਾਂ ਦੇ ਉੱਤੇ ਕੰਮ ਹੁੰਦਾ ਆ, ਸਰਕਾਰ ਕੋਲ ਕੁਝ ਸੋਲਿਡ ਕੁਝ ਸਟੀਕ ਅੰਕੜੇ ਰਹਿੰਦੇ ਨੇ, ਤੇ ਉਹ ਇੱਕ ਬਹੁਤ ਚੰਗੀ ਗੱਲ। ਜੀ ਸ਼ਰਮਾ ਜੀ, ਸਰਕਾਰਾਂ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕਰਦੀਆਂ ਨੇ, ਕਿਸ ਢੰਗ ਨਾਲ ਕਰਦੀਆਂ ਨੇ ਇਹ ਬਾਤ ਦੀ ਗੱਲ ਹੈ, ਪਰ ਉਹ ਕੋਸ਼ਿਸ਼ ਕਰਦੀਆਂ ਨੇ। ਸੋ ਆਮ ਲੋਕਾਂ ਦੀ ਵੀ ਇਹ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਆਪਣੇ ਫਰਜ਼ ਬਾਖੂਬੀ ਨਿਭਾਉਣ ਤੇ ਜਿਹੜੀ ਰਿਪੋਰਟ ਸਰਕਾਰ ਮੰਗਦੀ ਹੈ, ਜਿਹੜੇ ਅੰਕੜੇ ਮੰਗਦੀ ਹੈ, ਉਸਨੂੰ ਸਹੀ ਢੰਗ ਨਾਲ ਸਰਕਾਰ ਤੱਕ ਪਹੁੰਚਾਇਆ ਜਾਏ ਤਾਂ ਕਿ ਸਾਰੇ ਲੋਕਾਂ ਨੂੰ ਉਹ ਸਭ ਕੁਝ ਪ੍ਰੋਵਾਈਡ ਕੀਤਾ ਜਾ ਸਕੇ ਜਿਸ ਦੇ ਉਹ ਹੱਕਦਾਰ ਨੇ। ਸੋ ਸ਼ਰਮਾ ਜੀ, ਤੁਸੀਂ ਸਟੂਡੀਓ ਵਿੱਚ ਆਏ ਤੇ ਸਾਡੇ ਦਰਸ਼ਕਾਂ ਨਾਲ ਆਪਣੇ ਵਿਚਾਰ ਸਾਂਝੇ ਕੀਤੇ, ਤੁਹਾਡਾ ਬਹੁਤ-ਬਹੁਤ ਸ਼ੁਕਰੀਆ। ਸ਼ੁਕਰੀਆ ਹਰਪ੍ਰੀਤ ਜੀ। ਸੋ ਇਹ ਸੀ ਅੱਜ ਦਾ ਪ੍ਰੋਗਰਾਮ ਵਿਚਾਰ ਚਰਚਾ। ਨਵੇਂ ਮੁੱਦਿਆਂ ਤੇ ਨਵੀਂ ਚਰਚਾ ਨਾਲ ਹਾਜ਼ਰ ਹੋਵਾਂਗੇ ਤੇ ਤੁਸੀਂ ਦੇਖਦੇ ਰਹੋ ਪੰਜਾਬੀ ਨੈਸ਼ਨਲ TV।